ਅਜੇ ਤਾਂ ਦੂਰ ਸੀ ਮੰਜ਼ਿਲ ਨਜ਼ਰ ਤੋਂ ਦੂਰ ਕਿਤੇ, ਅਜੇ ਤਾਂ ਦੂਰ ਸੀ ਮੰਜ਼ਿਲ ਨਜ਼ਰ ਤੋਂ ਦੂਰ ਕਿਤੇ, ਇਹ ਰਸਤਿਆਂ 'ਚ ਹੀ ਕੀ ਅੜਾਉਣੀਆਂ ਪਈਆਂ। ਇੱਕ ਤਾਂ ਪੈਰਾਂ ਦੇ ਜ਼ਖਮ, ਦੂਜਾ ਸਫ਼ਰ ਥਲ ਦਾ, ਤੇ ਤੀਜਾ ਕਿਸ਼ਤੀਆਂ ਸਿਰਾਂ 'ਤੇ ਉਠਾਉਣੀਆਂ ਪਈਆਂ। ਮੇਰੇ ਹਬੀਬ ਮੇਰੇ ਹਮਸਫ਼ਰ ਮੇਰੇ ਹਮਸਾਏ, ਖਿਜ਼ਾਂ ਜਲਾਉਣਗੇ ਬਿਰਖ ਹੀ ਜਲਾਏ। ਮੇਰੇ ਹਬੀਬ ਮੇਰੇ ਹਮਸਫ਼ਰ ਮੇਰੇ ਹਮਸਾਏ, ਖਿਜ਼ਾਂ ਜਲਾਉਣਗੇ ਬਿਰਖ ਹੀ ਜਲਾਏ। ਨਹੀਂ ਸੀ ਸੂਲੀ 'ਤੇ ਚੜ੍ਹ ਕੇ ਝੁਕਾਉਣੀਆਂ, ਜੋ ਨਿਗਾਹਾਂ ਸ਼ਰਮ ਦੇ ਮਾਰੇ ਝੁਕਾਉਣੀਆਂ ਪਈਆਂ। ਉਹ ਸ਼ਰਮ ਜਿਹਦੇ ਵਿੱਚ ਬਿਰਖ ਸੜਦੇ ਨੇ, ਉਹ ਕਿਹੜੇ ਹਮਸਾਏ ਜਿਨ੍ਹਾਂ ਤੋਂ ਅਸੀਂ ਬਹਾਰਾਂ ਦੀ ਆਸ ਰੱਖੀ ਸੀ। ਉਹ ਫਾਸਲੇ, ਉਹਨਾਂ ਨੂੰ ਮਿਟਾਉਣ ਲਈ ਕੀ ਯਤਨ ਹੋ ਸਕਦੇ ਨੇ, ਕੀ ਉਪਰਾਲੇ ਹੋ ਸਕਦੇ ਨੇ। ਉਹਦੇ ਲਈ ਅਸੀਂ ਜੋ ਮਾਹਿਰ ਮਹਿਮਾਨ ਬੁਲਾਏ ਨੇ, ਸਰਦਾਰ ਇੰਦਰਜੀਤ ਸਿੰਘ ਗੋਗੋਆਣੀ, ਜੋ ਸਿੱਖ ਖੋਜ ਵਿਭਾਗ ਦੇ ਖਾਲਸਾ ਕਾਲਜ ਵਿੱਚ ਉਹਦੇ ਹੈੱਡ ਨੇ, ਅਤੇ ਨਾਲ ਧਰਮ ਵਿਭਾਗ ਵੀ ਉਹਨਾਂ ਦੇ ਕੋਲ ਹੈ। ਉਸ ਤੋਂ ਬਾਅਦ ਸਰਦਾਰ ਸਵਰਨ ਸਿੰਘ ਭੰਗੂ, ਜੋ ਬੜਾ ਵੱਡਾ ਉਪਰਾਲਾ ਕਰ ਰਹੇ ਨੇ। ਰੋਪੜ ਚਮਕੌਰ ਸਾਹਿਬ ਡੇਰਾ ਬੱਸੀ ਵਿੱਚ ਇਹਨਾਂ ਦਾ ਸਕੂਲ ਹੈ, ਬੜੀ ਅੱਛੀ ਸੰਸਥਾ ਹੈ। ਉੱਥੇ ਸਜਦਾ ਕਰਨ ਦਾ ਮੌਕਾ ਮੈਨੂੰ ਵੀ ਮਿਲਿਆ। ਉਸ ਤੋਂ ਪਹਿਲਾਂ ਭੰਗੂ ਸਾਹਿਬ ਬਾਅਦ 'ਚ ਸਾਡੇ ਰੂਬਰੂ ਹੋਣਗੇ। ਮੈਂ ਸਰਦਾਰ ਇੰਦਰਜੀਤ ਸਿੰਘ ਗੋਗੋਆਣੀ ਹੋਰਾਂ ਨੂੰ ਬੁਲਾਵਾ ਦੇਵਾਂਗਾ ਕਿ ਉਹ ਸਾਡੇ ਟੀਚਰਾਂ ਦੇ ਨਾਲ, ਅਧਿਆਪਕ ਸਾਹਿਬਾਨਾਂ ਦੇ ਨਾਲ ਰੂਬਰੂ ਹੋਣ। ਸਰਦਾਰ ਇੰਦਰਜੀਤ ਸਿੰਘ ਗੋਗੋਆਣੀ। ਪਰਮ ਸਤਿਕਾਰਯੋਗ ਹਾਜ਼ਰ ਸਮੂਹ ਸ਼ਖਸੀਅਤਾਂ ਅਤੇ ਸਮੂਹ ਅਧਿਆਪਕ ਸਾਹਿਬਾਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਤੁਹਾਡੇ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ, ਅਤੇ ਆਪਾਂ ਸਾਰੇ ਹੀ ਅਧਿਆਪਕ ਹਾਂ। ਔਰ ਮੈਂ ਜਿਸ ਵਿਸ਼ੇ 'ਤੇ ਆਪ ਜੀ ਨਾਲ ਗੱਲ ਕਰ ਰਿਹਾ ਕਿ ਜੇ ਮੈਂ ਖੜ੍ਹ ਕੇ ਤੁਹਾਡੇ ਸਾਹਮਣੇ ਬੋਲਣ ਦੇ ਯੋਗ ਹੋਇਆ, ਅਤੇ ਇਹ ਵੀ ਅਧਿਆਪਕਾਂ ਦੀ ਹੀ ਦੇਣ ਹੈ। ਮੇਰੀ ਐਨਕ ਨਹੀਂ ਲਾਈ, ਟਾਈਮ ਦੱਸ ਦਿਓ ਜੀ। ਠੀਕ ਹੈ। ਅਸੀਂ ਸਕੂਲ ਦੀਆਂ ਬਾਲ ਸਭਾਵਾਂ ਨੇ ਸਾਡੀ ਜਿਹੜੀ ਸੰਗ ਸੀ ਉਹ ਦੂਰ ਕੀਤੀ, ਔਰ ਉਹ ਵੀ ਕੁੱਟ ਕੇ ਦੂਰ ਕੀਤੀ। ਇਹ ਤੁਸੀਂ ਬੋਲਦੇ ਕਿਉਂ ਨੇ? ਡੁੰਨ ਵੱਟਿਓ ਜੋ ਚੰਗੀ ਭਲੀ ਗਿੱਠ ਦੀ ਜ਼ਬਾਨ ਲੱਗੀ ਹੈ, ਗਾ ਨਹੀਂ ਸਕਦੇ, ਕੁਛ ਸੁਣਾ ਨਹੀਂ ਸਕਦੇ, ਔਰ ਉਹਦੇ ਵਿੱਚੋਂ ਅਸੀਂ ਚੰਗਾ ਆਪਣੇ ਆਪ ਨੂੰ ਸਮਝਣ ਲੱਗ ਪਏ ਵੀ ਠੀਕ ਆ, ਬੋਲਿਆ ਜਾ ਸਕਦਾ ਹੈ। ਅਧਿਆਪਕਾਂ ਦੇ ਕਿਉਂਕਿ ਫਰਜ਼ ਆਮ ਸਮਾਜ ਨਾਲੋਂ ਜ਼ਿਆਦਾ ਹੁੰਦੇ ਆ, ਔਰ ਇਹ ਸਮਾਜ ਆਸ ਵੀ ਕਰਦਾ ਹੁੰਦਾ ਕਿ ਕੰਧ 'ਤੇ ਜੋ ਲਿਖਿਆ ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ, ਔਰ ਇੱਕ ਪੰਕਤੀ ਗੁਰੂ ਨਾਨਕ ਪਾਤਸ਼ਾਹ ਜੀ ਦੀ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਇਹ ਮਨੁੱਖ ਤਾਂ ਪਰਉਪਕਾਰੀ ਆ ਵੀ ਇਹਨੇ ਵਿਦਿਆ ਦੀ ਵਿਚਾਰ ਕੀਤੀ ਹੈ। ਇਹਦਾ ਜਿਹੜਾ ਅਰਥ ਬੋਧ ਇੰਝ ਬਣਦਾ, ਇਹ ਤਾਂ ਪਰਉਪਕਾਰੀ ਸੁਭਾਅ ਬਣਿਆ। ਜੇ ਗਿੱਲ ਸਾਹਿਬ ਬੋਲ ਕੇ ਗਏ ਨੇ, ਡਾਕਟਰ ਦੀਪਤੀ ਜੀ ਕਹਿ ਕੇ ਗਏ ਨੇ, ਇਹ ਪਰਉਪਕਾਰੀ ਜਿਹਾ ਸੁਭਾਅ ਤਦ ਬਣਿਆ ਕਿ ਇਹਨਾਂ ਨੇ ਵਿਦਿਆ ਦੀ ਵਿਚਾਰ ਕੀਤੀ ਹੈ। ਅਸੀਂ 6ਵੀਂ ਤੋਂ 10ਵੀਂ ਤੱਕ ਰਾਸ਼ਟਰੀ ਗੀਤ ਗਾਉਂਦੇ ਹੁੰਦੇ ਸਾਂ। 10ਵੀਂ 'ਚ ਪੜ੍ਹਦਿਆਂ ਸਾਡੇ ਮਨ 'ਚ ਫੁਰਨਾ ਫੁਰਿਆ ਵੀ ਜਿਉਂ 5 ਸਾਲ ਹੋ ਗਏ ਗਾਉਂਦਿਆਂ ਨੂੰ, ਇਹ ਪਤਾ ਹੀ ਨਹੀਂ ਵੀ ਜਿਹੜਾ ਗਾਈ ਜਾਂਦੇ ਉਹ ਹੈ ਕੀ ਹੈ। ਕਿਸੇ ਨੂੰ ਪੁੱਛੀਏ, ਪੰਜਾਬੀ ਵਾਲੇ ਨੂੰ ਪੁੱਛੀਏ ਕਿ ਡੀਪੀ ਨੂੰ ਪੁੱਛੀਏ, ਕਹਿੰਦੇ ਪੰਜਾਬੀ ਵਾਲੇ ਨੇ ਕੀ ਦੱਸਣਾ। ਉਹ ਬਹੁਤਾ ਸਿੱਧਾ ਨਹੀਂ ਸੀ ਬੋਲਦੇ ਹੁੰਦੇ, ਟੇਢਾ ਬੋਲਦੇ ਸੀ। ਡੀਪੀ ਨਾਲ ਸਾਡਾ ਲਿਹਾਜ਼ ਬੜਾ ਸੀ। ਕੰਮ ਬਹੁਤਾ ਸਰਕਾਰੀ ਸਕੂਲਾਂ 'ਚ ਹੈ ਨਹੀਂ ਸੀ, ਮੁੱਛਾਂ ਸਾਰਾ ਦਿਨ ਹੀ ਖੜੀਆਂ ਰੱਖਦੇ ਸੀ। ਅਸੀਂ ਲਾਈਨ ਲਾ ਕੇ ਚਲੇ ਗਏ ਸਾਰੇ। ਸਾਡਾ ਇੱਕ ਸਵਾਲ ਹੈ, ਕਹਿੰਦੇ ਕੀ ਸਵਾਲ ਹੈ? ਅਸੀਂ ਕਿਹਾ ਜਿਹੜਾ ਸਵੇਰੇ ਅਸੀਂ ਰਾਸ਼ਟਰੀ ਗਾਨ ਗਾਉਣੇ, ਇਹਦਾ ਮਤਲਬ ਕੀ ਹੈ? ਕਹਿੰਦਾ ਬੇਵਕੂਫੋ, ਇਹੋ ਜਿਹੇ ਪੁੱਠੇ ਸਵਾਲ ਨਹੀਂ ਪੁੱਛੀਦੇ ਹੁੰਦੇ। ਅਸੀਂ ਕਿਹਾ ਜੀ ਸਵਾਲ ਤਾਂ ਸਿੱਧਾ। ਕਹਿੰਦਾ ਤੁਹਾਡੇ ਲਈ ਸਿੱਧਾ, ਮੇਰੇ ਲਈ ਪੁੱਠਾ, ਮੈਨੂੰ ਖੁਦ ਵੀ ਨਹੀਂ ਪਤਾ। ਮੇਰੀ ਡਿਊਟੀ ਆ ਸਾਵਧਾਨ ਵਿਸ਼ਰਾਮ, ਤੇ ਤੁਸੀਂ ਗਾ ਲੈਂਦੇ ਹੋ, ਤੇ
ਇਹ ਬਸ ਇਹ ਸਮਝੋ ਵੀ ਜਦੋਂ ਇਹ ਗਾ ਦੇਈਦਾ ਉਦੋਂ ਸਕੂਲ ਲੱਗ ਜਾਂਦਾ। ਤੇ ਸਾਡੇ ਨਾਲ ਇੱਕ ਪੰਡਤਾਂ ਦਾ ਮੁੰਡਾ ਬੜਾ ਸ਼ਰਾਰਤੀ ਹੁੰਦਾ ਸੀ, ਕਹਿੰਦਾ ਸਰ ਜੇ ਇਹਦੇ ਨਾਲ ਸਕੂਲ ਲੱਗ ਜਾਂਦਾ ਤੇ ਟੱਲੀ ਵੱਜ ਕੇ ਸਕੂਲੋਂ ਛੁੱਟੀ ਹੋ ਜਾਂਦੀ ਆ, ਫਿਰ ਟੱਲੀ ਦੇ ਇਹਦੇ 'ਚ ਫਰਕ ਹੀ ਕੋਈ ਨਹੀਂ ਹੈਗਾ। ਉਹ ਕਹਿੰਦਾ ਤੂੰ ਜੱਟਾਂ ਦੇ ਮੁੰਡਿਆਂ ਨੂੰ ਕੁੱਟ ਪਵਾਉਣ ਵਾਸਤੇ ਨਾਲ ਲੈ ਆ। ਚਲੋ ਖੈਰ, ਮੈਂ ਵੀ ਅਧਿਆਪਕ ਲਾਈਨ 'ਚ ਆ ਗਿਆ। ਮੇਰੇ ਮਨ 'ਚ ਸਵਾਲ ਰਿਹਾ, ਮੈਂ ਇਸ ਲਈ ਆਪ ਜੀ ਨਾਲ ਗੱਲ ਕਰ ਰਿਹਾ ਕਿ ਰਾਸ਼ਟਰੀ ਗੀਤ ਅੱਜ ਵੀ ਗਾਇਆ ਜਾਂਦਾ। ਮੈਂ ਪਰਸੋਂ ਬੀਐਡ ਕਾਲਜ ਸੁਧਾਰ ਸੀਗਾ, ਮੈਂ ਉੱਥੇ ਵੀ ਅਧਿਆਪਕਾਂ ਨਾਲ ਗੱਲ ਕੀਤੀ। ਬੱਚੇ ਵਿੱਚ ਰਸ ਉਦੋਂ ਪੈਦਾ ਹੁੰਦਾ ਹੈ ਜਦੋਂ ਉਹਨੂੰ ਅਰਥਬੋਧ ਹੋ ਜਾਵੇ। ਜਿਵੇਂ ਵੇਦ ਤੋਂ ਵਿਦਿਆ ਬਣਿਆ, ਵਿਦਿਆ ਦਾ ਮਤਲਬ ਗਿਆਨ, ਚਾਨਣ, ਪ੍ਰਕਾਸ਼, ਪਰ ਸਾਡਾ ਪਿਛੋਕੜ 'ਚੋਂ ਕੋਈ ਲਾਈਨ ਆਉਂਦੀ ਹੈ। ਔਰ ਇਸੇ ਤਰ੍ਹਾਂ ਮੈਂ 2 ਮਿੰਟ 'ਚ ਹੀ ਗੱਲ ਕਰ ਦਾਂਗਾ ਗੁਰਮਤਿ ਦਾ ਵਿਦਿਆਰਥੀ ਹੋਣ ਦੇ ਨਾਤੇ। ਜਨ ਗਣ ਮਨ, ਜਨ ਲੋਕ ਨੂੰ ਵੀ ਕਹਿੰਦੇ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਜਨ ਬੰਦੇ ਨੂੰ ਵੀ ਕਹਿੰਦੇ ਆ, ਲੋਕ ਦਾਸ ਨੂੰ ਵੀ ਕਹਿੰਦੇ ਆ। ਗਣ ਮੀਨਸ ਗਿਣਤੀ, ਜਨ ਗਣਨਾ, ਲੋਕਾਂ ਦੀ ਗਿਣਤੀ। ਗੁਰੂ ਨਾਨਕ ਪਾਤਸ਼ਾਹ ਦੀ ਪੰਕਤੀ ਹੈ, ਗਣ ਗਣ ਜੋਤਿਕ ਕਾਂਡੀ ਕੀਨੀ ਹੈ। ਪੰਡਤ ਜੀ ਤੂੰ ਪੱਤਰੀ ਨੂੰ ਗਿਣਤੀਆਂ ਗਿਣ ਕੇ ਜੋਤਿਸ਼ ਦਾ ਕੰਮ ਤੇ ਕਰਦਾ। ਗਣ ਮੀਨਸ ਜਿਹੜਾ ਜਨ ਸਮੂਹ ਆ, ਜਿਹੜੀ ਜਨ ਦੀ ਗਿਣਤੀ ਹੈ, ਉਹ ਮਨ ਕਰਕੇ ਜਨ ਗਣ ਮਨ ਅਦ ਨਾਇਕ ਜੈ ਹੇ ਵੱਡੇ ਨਾਇਕ, ਜਿਹਨੂੰ ਰਾਮ ਅੱਲਾ ਵਾਹਿਗੁਰੂ ਈਸ਼ਵਰ ਕਹਿੰਦੇ ਆ। ਸਾਰੇ ਕਹਿੰਦੇ ਨੇ ਕਿ ਤੇਰੀ ਜੈ ਹੋਵੇ। ਕਿਉਂ ਜੈ ਹੋਵੇ? ਕਿਉਂਕਿ ਤੂੰ ਭਾਰਤ ਭਾਗ ਵਿਧਾਤਾ। 6ਵੀਂ ਤੋਂ ਅਸੀਂ ਪੰਜਾਬ ਬਾਰੇ ਤਾਂ ਦੱਸ ਦਿੰਦੇ ਹਾਂ ਵੀ 5 ਪਾਣੀਆਂ ਦੀ ਧਰਤੀ, ਕਿਉਂਕਿ ਆਬ ਫਾਰਸੀ ਵਿੱਚ ਪਾਣੀ ਨੂੰ ਕਹਿੰਦੇ ਨੇ। ਪਰ ਭਾਰਤ ਬਾਰੇ ਮੈਨੂੰ ਵੀ ਬਹੁਤ ਚਿਰ ਬਾਅਦ ਪਤਾ ਲੱਗਾ ਵੀ ਭਾਰਤ ਦਾ ਵੀ ਕੋਈ ਅਰਥ ਹੈ। ਰੀਅਲੀ ਮੈਂ ਪ੍ਰਮਾਣ ਕਰਦਾ, ਰਿਸ਼ੀਆਂ ਮੁਨੀਆਂ ਨੇ ਜਦੋਂ ਇਹਦਾ ਨਾਮ ਭਾਰਤ ਰੱਖਿਆ ਤੇ ਭਾਰਤ ਦਾ ਵੀ ਇੱਕ ਮੀਨਿੰਗ ਹੈ। ਭਾ ਅਸੀਂ ਭਰਾ ਨੂੰ ਵੀ ਕਹਿੰਦੇ ਹਾਂ, ਭਾ ਅਸੀਂ ਕੀਮਤ ਨੂੰ ਵੀ ਕਹਿੰਦੇ ਹਾਂ। ਭਾ ਭੱਬੇ ਕੰਨਾ ਹਾਹਾ ਜਾਂ ਹਾਹੇ ਨੂੰ ਸਿਆਰੀ ਭਾਹੇ ਛੇਤੀ ਜਾਲੇ ਅੱਗ ਨੂੰ ਵੀ ਕਹਿੰਦੇ। ਗੁਰਬਾਣੀ ਵਿੱਚ ਭਾਹਾ ਜਾਂ ਭਾਹੇ ਅੱਗ ਵੀ ਹੈ। ਭਾ ਦਾ ਮਤਲਬ ਪ੍ਰਕਾਸ਼ ਵੀ ਹੈ, ਵੀ ਕਿੰਨੀ ਭਾ ਮਾਰਦਾ, ਫਲਾਣੇ ਦਾ ਚਿਹਰਾ ਕਿੰਨੀ ਭਾ ਮਾਰਦਾ। ਚਮਕ ਜਾਂ ਪ੍ਰਕਾਸ਼, ਪ੍ਰਕਾਸ਼ ਦਾ ਮਤਲਬ ਗਿਆਨ। ਰਤ ਰੰਗਿਆ ਹੋਇਆ ਵੀ ਹੈ, ਰਤ ਲਾਲ ਵੀ ਹੈ, ਰਤ ਖੂਨ ਵੀ ਹੈ, ਰੱਤੀ ਇੱਕ ਫਲ ਵੀ ਹੈ, ਰੱਤੀ ਇੱਕ ਵੱਟਾ ਵੀ ਹੈ, ਜਿਹੜਾ ਸਭ ਤੋਂ ਛੋਟਾ ਤੋਲ ਸੁਨਿਆਰ ਦੀ ਦੁਕਾਨ ਵਿੱਚ ਹੁੰਦਾ। ਭਾ ਵਿੱਚ ਰਤਿਆਂ ਹੋਇਆਂ ਦੀ ਧਰਤੀ, ਪ੍ਰਕਾਸ਼ ਵਿੱਚ ਰਤਿਆਂ ਹੋਇਆਂ ਦੀ ਧਰਤੀ ਦਾ ਨਾਮ ਭਾਰਤ ਹੈ। ਇਹ ਮੈਨੂੰ ਬਹੁਤ ਚਿਰ ਬਾਅਦ ਵਿੱਚ ਕੋਸ਼ ਅਰਥ ਪੜ੍ਹਦਿਆਂ ਪਤਾ ਲੱਗਾ, ਕਿਉਂਕਿ ਸਕੂਲ ਟਾਈਮ ਔਰ ਕਾਲਜ ਟਾਈਮ 'ਚ ਕਿਸੇ ਨੇ ਦੱਸਿਆ ਨਹੀਂ ਸੀ। ਭਾਵੇਂ ਅਸੀਂ ਭਾਰਤ ਦੇਸ਼ ਦੇ ਵਾਸੀ ਹਾਂ, ਮੈਂ ਫਿਰ ਕਹਿੰਦਾ ਕਿ ਕੁਝ ਛੋਟੇ ਛੋਟੇ ਨੁਕਤੇ ਜਿਹੇ ਹੁੰਦੇ ਆ। ਤੂੰ ਭਾਰਤ ਦੇਸ਼ ਦੇ ਭਾਗਾਂ ਨੂੰ ਰਚਣ ਵਾਲਾ ਵਿਧਾਤਾ ਹੈ। ਅੱਗੇ ਸਟੇਟਾਂ ਦੇ ਨਾਮ ਨੇ, ਪੰਜਾਬ, ਸਿੰਧ, ਗੁਜਰਾਤ, ਮਰਾਠਾ, ਦਰਾਵੜ, ਕਰਨਾਟਕਾ, ਦਰਾਵੜ, ਉਤਕਲ, ਉੜੀਆ, ਬੰਗ। ਰੀਅਲੀ ਮੈਂ 12ਵੀਂ ਜਮਾਤ ਤੱਕ ਬੰਗ ਬੀਬੀਆਂ ਵਾਲੀ ਬੰਗ ਹੀ ਸਮਝਦਾ ਰਿਹਾ ਜਿਹੜੀ ਹੱਥ 'ਚ ਪਾਈ ਹੈ, ਕਿਉਂਕਿ ਜਦੋਂ ਕਿਸੇ ਨੇ ਦੱਸਿਆ ਹੀ ਨਹੀਂ। ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਹੈ ਬੰਗ ਕੇ ਬੰਗਾਲੀ, ਬੰਗਾਲ ਦੇ ਬੰਗਾਲੀ ਲੋਕ। ਬੰਗ ਕੇ ਬੰਗਾਲੀ ਫਿਰੰਗ ਕੇ ਫਰੰਗੀ ਵਾਲੀ, ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੇਂ ਚਲਤ ਹੈ। ਇਹ ਸਾਰੀਆਂ ਦੁਨੀਆ ਭਰ ਵਿਸ਼ਵ ਨੂੰ ਗਿਣਿਆ ਹੋਇਆ। ਬੰਗ ਮੀਨਸ ਬੰਗਾਲ। ਵਿੰਦ ਹਿਮਾਚਲ ਯਮੁਨਾ ਗੰਗਾ ਉਛਲ ਜਲ ਦੀ ਤਰੰਗ। ਵਿੰਧਿਆਚਲ ਤੋਂ ਲੈ ਕੇ ਹਿਮ ਕਹਿੰਦੇ ਨੇ ਬਰਫ਼ ਨੂੰ, ਜਿਹਨੂੰ ਆਪਾਂ ਹੇਮਕੁੰਟ ਕਹਿ ਲੈਂਦੇ, ਬਰਫ਼ ਦਾ ਪਹਾੜ। ਬਰਫੀਲੀਆਂ ਚੋਟੀਆਂ ਤੱਕ ਉਛਲ ਉਛਲ ਕੇ ਤਰੰਗਾਂ ਕੀ ਗਾਉਂਦੀਆਂ ਨੇ ਜਲਦੀਆਂ। ਤਬ ਸ਼ੁਭ ਨਾਮੇ ਜਾਗੇ ਤਬ ਤਬ ਪ੍ਰਸਾਸ ਵਈਏ ਤੇਰੀ ਕਿਰਪਾ ਨਾਲ। ਤੇਰੇ ਸ਼ੁਭ ਨਾਮ ਦੀ ਜਾਗਰਤੀ ਦਾ ਗੀਤ। ਤਬ ਸ਼ੁਭ ਆਸ਼ਿਸ਼ ਮੰਗੇ, ਤੇਰੇ ਕੋਲੋਂ ਸ਼ੁਭ ਅਸੀਸਾਂ ਮੰਗਦੇ ਹਾਂ। ਗਾਏ ਤਬ ਜੈ ਗਾਥਾ, ਇਸ ਲਈ ਜੈ ਦੀ ਗਾਥਾ ਗਾਉਂਦੇ ਨੇ। ਜਨ ਗਣ ਮੰਗਲਦਾਇਕ, ਮੰਗਲ ਖੁਸ਼ੀ ਨੂੰ ਕਹਿੰਦੇ ਨੇ। ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ, ਖੁਸ਼ੀ ਦਾ ਗੀਤ ਗਾਉਣਾ, ਮੰਗਲਾ ਚਰਨ ਕਰਨਾ, ਖੁਸ਼ੀ ਦਾ ਚਰਨ ਕਰਨਾ। ਕਵੀ ਵੀ ਕਰਦੇ ਨੇ, ਕਥਾਵਾਚਕ ਵੀ ਕਰਦੇ ਨੇ। ਹੇ ਮੰਗਲਦਾਇਕ, ਤੇਰੇ ਕੋਲੋਂ ਅਸੀਂ ਤੇਰੀ ਜੈ ਦੀ ਇਹ ਮੰਗ ਕਰਦੇ ਹਾਂ ਤੇ ਤੋਂ ਅਸੀਸਾਂ ਮੰਗਦੇ ਹਾਂ। ਮੇਰਾ ਖਿਆਲ ਜਦੋਂ ਟੈਗੋਰ ਜੀ ਦੇ ਇਹਨਾਂ ਸ਼ਬਦਾਂ ਨੂੰ ਅਗਰ ਪ੍ਰੇਰ ਦੇ ਵਿੱਚ ਬੱਚੇ ਨੂੰ ਸਪਸ਼ਟ ਹੋਵੇ, ਉਹ ਜ਼ਿਆਦਾ ਸੁਰ ਵਿੱਚ ਔਰ ਜ਼ਿਆਦਾ ਭਾਵੁਕਤਾ ਦੇ ਨਾਲ ਗਾਏਗਾ। ਇਹ ਮੇਰਾ ਜਾਤੀ ਤਜਰਬਾ ਵੀ ਹੈ ਔਰ ਮੈਂ ਇਸ ਗੱਲ ਨੂੰ ਸਮਝਦਾ ਕਿ ਬਹੁਤਾ ਬੋਝ ਲੱਦਣ ਨਾਲੋਂ ਮੇਰੀ ਵਿਸ਼ਾ ਸੀ ਸਮਕਾਲੀ ਜਿਹੜੀਆਂ ਸਮੱਸਿਆਵਾਂ ਨੇ। ਅਧਿਆਪਕ ਭਾਵੇਂ ਸਾਡੇ ਬੀਐਡ ਦੇ ਵਿੱਚ ਇੱਕ ਸਾਈਕਾਲੋਜੀ ਦਾ ਪੇਪਰ ਵੀ ਹੁੰਦਾ, ਪਰ ਪੰਜਾਬ ਦੀ ਐਜੂਕੇਸ਼ਨ ਇਹੋ ਜਿਹੀ ਆ ਵੀ 98% ਇਹਨਾਂ ਦਾ ਮਨੋਵਿਗਿਆਨ ਡੰਡਾ ਤੇ ਚਪੇੜਾਂ ਹੀ ਬਣ ਜਾਂਦੀਆਂ। ਮਤਲਬ ਜਿਹੜੀ ਜੋ ਮਨੋਵਿਗਿਆਨ ਆ ਜਾਂ ਉਹਦੀ ਸਟੱਡੀ ਕਰਨੀ, ਇਹ ਪਿੱਛੇ ਰਹਿ ਜਾਂਦਾ। ਬਹੁਤ ਥੋੜ੍ਹੀ ਗਿਣਤੀ ਵਿੱਚ ਜਿਹੜਾ ਉਹਦੀ ਮਾਨਸਿਕਤਾ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਪੜ੍ਹਿਆ ਲਿਖਿਆ ਵਰਗ, ਕਿਉਂਕਿ ਇਲਮ ਵਿੱਚ ਤੇ ਅਕਲ ਵਿੱਚ ਇੱਕ ਅੰਤਰਾ ਹੁੰਦਾ। ਹਿੰਦੁਸਤਾਨ ਵਿੱਚ ਇਲਮ ਦੀਆਂ ਡਿਗਰੀਆਂ ਨੇ, ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਕਿ ਮੈਂ ਖੋਲ੍ਹਣ ਦੀ ਕੋਸ਼ਿਸ਼ ਕਰਾਂਗਾ। ਊੜਾ ਊਠ ਇਹ ਇਲਮ ਹੈ, ਅਕਲ ਨਹੀਂ ਹੈ। ਇਲਮ ਤੋਂ ਬੰਦਾ ਅਕਲ ਵੱਲ ਚੱਲਦਾ ਹੈ। ਊਠ ਬਾਰੇ 20 ਸਵਾਲ ਹੋਰ ਨੇ ਜਿਹੜੇ ਬੱਚਾ ਸਾਰੀ ਉਮਰ ਹੀ, ਕਈ ਵਾਰੀ, ਕਿਉਂਕਿ ਪੰਜਾਬ ਵਿੱਚ ਊਠ ਹੀ ਹੈ ਨਹੀਂ ਤੇ ਸਵਾਲ ਕਿਸੇ ਨੇ ਕੀ ਕਰਨਾ। ਜਦੋਂ ਇਹ ਬਾਲ ਬੋਧ ਬਣਿਆ ਉਦੋਂ ਇੱਥੇ ਊਠ ਆਮ ਸੀ ਤੇ ਮਾਲਵੇ ਵਾਲੇ ਅਸੀਂ ਇਹਨੂੰ ਬੋਤਾ ਕਹਿੰਦੇ ਸਾਂ। ਜਿੰਨੇ ਲੋਕ ਗੀਤ ਨੇ, ਜਿੰਨੀਆਂ ਕਹਾਣੀਆਂ ਨੇ, ਬੋਤੇ ਤੇ ਆਧਾਰਿਤ ਹੀ ਨੇ। ਬਿਲ ਬੁਰਰ ਬੁਰਰ ਕਰਦਾ ਬਤਾਰੂ ਬੋਤਾ, ਤੇ ਸਾਹਿਤਕ ਭਾਸ਼ਾ 'ਚ ਊਠ ਸੀ। ਅਸੀਂ 5-6 ਮਹੀਨੇ ਇਸੇ ਲਈ ਚਪੇੜਾਂ ਖਾਂਦੇ ਰਹਿੰਦੇ ਸਾਂ। ਮਾਸਟਰ ਨੇ ਕਹਿਣਾ ਊੜਾ ਊਠ, ਅਸੀਂ ਕਹਿਣਾ ਊੜਾ ਬੋਤਾ, ਕਿਉਂਕਿ ਸਾਡੇ ਘਰਾਂ 'ਚ, ਨਾਨਕਿਆਂ 'ਚ, ਦਾਦਕਿਆਂ 'ਚ ਇਹਨੂੰ ਬੋਤਾ ਕਹਿੰਦੇ ਸਾਂ। ਜਿਹੜਾ ਸਿਆਣਾ ਮਾਸਟਰ ਉਹ ਸਮਝਾ ਲੈਂਦਾ ਸੀ, ਉਹ ਭਲੇ ਮਾਨਸੋ ਇਹ ਤੁਹਾਡੀ ਬੋਲ ਚਾਲ ਦੇ ਵਿੱਚ ਬੋਤਾ ਹੈਗਾ, ਸਾਹਿਤਕ ਰੂਪ ਵਿੱਚ ਊਠ ਹੀ ਹੈਗਾ। ਤੁਹਾਨੂੰ ਊੜਾ ਸਿਖਾਉਣ ਵਾਸਤੇ ਹੀ ਇਹ ਤੁਹਾਨੂੰ ਊਠ ਊਠ ਦਾ ਰੱਟਾ ਲਾਉਨੇ ਆ। ਰੱਟਾ ਇੱਕ ਇਲਮ ਹੈ। ਇਲਮ ਤੋਂ ਬਾਅਦ ਬੰਦਾ ਵਿਕਾਸ ਕਰਦਾ। ਊਠ ਬਾਰੇ ਜਿਹੜੇ 20 ਸਵਾਲ ਹੈ, ਸਾਰੀ ਉਮਰ ਹੀ ਮਨੁੱਖ ਵੇਖੋ ਵੱਢਦਾ ਸਭ ਤੋਂ ਭੈੜਾ। ਇਹ ਸਰਦੀਆਂ ਦੇ ਮਹੀਨੇ ਵਿੱਚ ਵੀ ਇਹਨੂੰ ਬਾਹਰੇ ਬੰਨੀਦਾ, ਇਹਨੂੰ ਨੱਕ 'ਚ ਨਕੇਲ ਪਾਈਦੀ ਹੈ, ਇਹ 'ਚ ਬਰਾਤਾਂ ਜਾਂਦੀਆਂ ਰਹੀਆਂ, ਖਰਾਸ ਜੋੜੀਦਾ, ਇਹ ਹਲ 'ਤੇ ਜੋੜੀਦਾ, ਸੁਹਾਗੇ 'ਤੇ ਜੋੜੀਦਾ, ਇਹਦਾ ਸ਼ਿੰਗਾਰ ਕਰੀਦਾ। ਇਹ ਸਾਰੇ ਸਵਾਲ ਬਾਅਦ ਵਿੱਚ ਕਿਸੇ ਨੇ ਜਾਣ ਲਏ, ਨਹੀਂ ਜਾਣ ਲਏ। ਇਸੇ ਲਈ ਅਸੀਂ ਇਲਮ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਇਲਮ ਬਾਰੇ ਵੀ ਸਾਡੀ ਕੰਡੀਸ਼ਨ ਆ, 33% ਨੰਬਰ ਲੈ ਗਿਆ ਤੇ ਪਾਸ, 67% ਤੇ ਅਸੀਂ ਵੈਸੇ ਵੀ ਸਰਕਾਰ ਵੱਲੋਂ ਬਰੀ ਕੀਤੇ ਹੋਏ ਵੀ ਨਾ ਵੀ ਇੰਨਾ ਕੁ ਇਲਮ ਆਇਆ ਤੇ ਇੰਨਾ ਕੁ ਵੀ ਆ ਗਿਆ ਤੇ ਇਹਦਾ ਮਤਲਬ ਇਹ ਕਲਾਸ 'ਚੋਂ ਲੰਘ ਗਿਆ। ਇਹਦਾ ਮਤਲਬ ਇਲਮ ਇੱਕ ਸੀਮਾਬੱਧ ਹੁੰਦਾ, ਜਿਹਨੂੰ ਬੁੱਲੇ ਸ਼ਾਹ ਵੀ ਕਹਿੰਦਾ ਪੜ੍ਹ ਆਲਮ ਫਾਜ਼ਲ ਹੋਇਓ ਪਰ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਇਹ ਡਿਗਰੀਆਂ ਬੜੀਆਂ ਨੇ ਫਾਜ਼ਲ ਦੀਆਂ, ਆਲਮ ਦੀਆਂ, ਪਰ ਇਹ ਆਪਣੇ ਆਪ ਨੂੰ ਪੜ੍ਹਨ ਦੀ ਕੋਸ਼ਿਸ਼ ਕਰ। ਸਵੈ ਚੇਤਨਾ ਦਾ ਮਤਲਬ ਵੀ ਇਹੋ ਹੈਗਾ, ਨਿੱਜ ਬਾਰੇ, ਸਵੈ ਬਾਰੇ ਚੇਤਨ ਹੋਣਾ, ਆਪਣੇ ਬਾਰੇ ਜਾਣਕਾਰੀ ਲੈਣਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਨਣਾ। ਏ ਫਾਰ ਐਪਲ। ਕਦੀ ਕਿਸੇ ਬੱਚੇ ਨੇ ਪੁੱਛਿਆ ਸਾਡੇ ਕੋਲੋਂ ਵੀ ਸਾਡੇ ਖੇਤਾਂ 'ਚ ਝੋਨਾ ਕਣਕ ਬਹੁਤ ਹੋ ਜਾਂਦਾ, ਕਪਾਹ ਹੋ ਜਾਂਦੀ, ਸੇਬ ਕਿਉਂ ਨਹੀਂ ਹੁੰਦੇ ਜਿਹੜੇ 70 ਰੁਪਏ ਕਿਲੋ ਆ? ਔਰ ਕਿਉਂਕਿ ਬੱਚਾ ਕੁਐਸਚਨ ਪੁੱਟ ਕਰਦਾ ਹੀ ਨਹੀਂ। ਅਸੀਂ ਉਹਨੂੰ ਇਹ ਸਿਖਾਉਣੀ ਆ, ਐਪਲ ਦੀ ਤਸਵੀਰ ਆ, ਪਰ ਐਪਲ ਬਾਰੇ 10 ਸਵਾਲ ਹੋਰ ਖੜੇ ਹੋਏ ਨੇ। ਬੂਟਾ ਕਿੰਨੇ ਸਾਲਾਂ ਦਾ ਹੋ ਕੇ ਫਲ ਦਿੰਦਾ, ਖਾਣ ਦੇ ਕੀ ਫਾਇਦੇ ਨੇ, ਵਿਟਾਮਿਨ ਕਿੰਨੇ ਨੇ, ਰੇਟ ਕਿਉਂ ਜ਼ਿਆਦਾ ਨੇ, ਕਿਹੜੇ ਜਲਵਾਯੂ 'ਚ ਹੁੰਦਾ। ਬਹੁਤ ਸਾਰੇ ਸਵਾਲ ਬੱਚੇ ਦੇ ਗੁਪਤ ਰਹਿ ਜਾਂਦੇ ਨੇ। ਹੁਣ ਅਧਿਆਪਕ ਤੇ ਵਿਦਿਆਰਥੀ ਦਾ ਇੱਕ ਇਸੇ ਤਰ੍ਹਾਂ ਰਿਸ਼ਤਾ ਹੈ ਕਿ ਅਸੀਂ ਜਿਸ ਵੀ ਖਿੱਤੇ 'ਚ ਰਹਿੰਦੇ ਹਾਂ, ਸਾਡਾ ਇੱਕ ਕਲਚਰ ਹੈ, ਸਾਡਾ ਇੱਕ ਸੱਭਿਆਚਾਰ ਹੈ। ਉਸ ਸੱਭਿਆਚਾਰ ਦਾ ਸਾਡੀ ਵਿੱਦਿਆ 'ਤੇ ਵੀ ਪ੍ਰਭਾਵ ਹੁੰਦਾ, ਪਰ ਉਸ ਸੱਭਿਆਚਾਰ ਵਿੱਚੋਂ ਸੱਚ ਤੇ ਝੂਠ ਕੀ ਹੈ? ਇੱਕ ਹੁੰਦਾ ਤਰਕ, ਇੱਕ ਹੁੰਦਾ ਵਿਵੇਕ। ਮੈਂ ਗੁਰਮਤਿ ਦਾ ਵਿਦਿਆਰਥੀ ਹਾਂ। ਤਰਕ ਕੇਵਲ ਹੁੰਦਾ ਸ਼ੰਕਾ ਕਰਨਾ, ਵਿਵੇਕ ਹੁੰਦਾ ਸੱਤ ਤੇ ਅਸੱਤ ਦਾ ਨਖੇੜਾ ਕਰਨਾ। ਜਿਹੜੇ ਬੱਚੇ ਟੀਚਰ ਸਾਹਿਬਾਨ ਅਰਦਾਸ ਜਾਣਦੇ ਨੇ, ਅਰਦਾਸ ਵਿੱਚ ਸਿੱਖ ਕੇਵਲ ਵਿਵੇਕਦਾਨ ਮੰਗਦਾ, ਤਰਕਦਾਨ ਨਹੀਂ ਮੰਗਦਾ। ਗੁਰੂ ਗ੍ਰੰਥ ਸਾਹਿਬ ਵਿੱਚ ਵਿਵੇਕਦਾਨ ਮੰਗਿਆ, ਤਰਕਦਾਨ ਕਿਤੇ ਨਹੀਂ ਮੰਗਿਆ। ਵਿਵੇਕ ਬੁੱਧ ਸਭ ਜਗ ਮੈਂ ਨਿਰਮਲ, ਵਿਚਰ ਵਿੱਚ ਰਸ ਪੀਜੈ, ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਇਹਦਾ ਮਤਲਬ ਕਿਤੇ ਵਿਵੇਕ ਵਿੱਚ ਤੇ ਤਰਕ ਵਿੱਚ ਅੰਤਰਾ ਹੈ। ਜਿਹੜਾ ਹੁਣ 2 ਸ਼ਬਦ ਪ੍ਰਚਲਿਤ ਨੇ, ਕੋਸ਼ ਅਰਥ ਵੀ 2 ਨੇ। ਤਰਕ ਕੇਵਲ ਸ਼ੰਕਾ ਹੁੰਦਾ, ਵਿਵੇਕ ਉਹਦਾ ਨਾਲ ਉੱਤਰ ਵੀ ਹੁੰਦਾ। ਜਿਵੇਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਚਿੰਤਤ ਹੀ ਦੀਸੈ ਸਭ ਕੋਏ। ਇਹਨੂੰ ਤੁਸੀਂ ਤਰਕ ਕਹਿ ਸਕਦੇ ਵੀ ਸਾਰੇ ਡਿਪਰੈਸ਼ਨ ਦੇ, ਚਿੰਤਾ ਦੇ ਮਰੀਜ਼ ਨੇ, ਪਰ ਗੁਰੂ ਸਾਹਿਬ ਨਾਲ ਉੱਤਰ ਦਿੱਤੇ ਨੇ, ਚੇਤਹਿ ਏਕ ਤਹੀ ਸੁਖ ਹੋਏ। ਇਸ ਲਈ ਇਹ ਵਿਵੇਕ ਬਣ ਗਿਆ। ਜੇ ਸਿਰਫ ਇੱਕੋ ਕੁਐਸਚਨ ਹੁੰਦਾ ਵੀ ਸਾਰੇ ਚਿੰਤਾ ਦੇ ਵਿੱਚ ਗ੍ਰਸਤ ਨੇ, ਇਹਨੂੰ ਤੁਸੀਂ ਤਰਕ ਕਹਿ ਸਕਦੇ ਹੋ, ਪਰ ਜਦੋਂ ਚੇਤਹਿ ਏਕ ਤਹੀ ਸੁਖ ਹੋਏ, ਇਹ ਵਿਵੇਕ ਬਣ ਗਿਆ, ਇਹ ਤਰਕ ਖਤਮ ਹੋ ਗਿਆ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਇਹ ਤਰਕ ਹੋ ਸਕਦਾ, ਪਰ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਣ ਨਾਲ ਇਹ ਵਿਵੇਕ ਬਣ ਗਿਆ। ਇਹ ਜਿਹੜਾ ਸ਼ੰਕਾ ਹੈ, ਸ਼ੰਕਾ ਮਨੁੱਖ ਦੇ ਵਿਕਾਸ ਵਿੱਚ, ਦੇਖੋ ਸ਼ੰਕੇ ਤੋਂ ਬਿਨਾਂ ਤੁਸੀਂ ਕੁਐਸਚਨ ਵੀ ਪੁੱਟ ਨਹੀਂ ਕਰ ਸਕਦੇ, ਪਰ ਜਿਹੜਾ ਅੱਗੋਂ ਜੇ ਵਿਵੇਕੀ ਹੋਏਗਾ ਤੇ ਉਹਦਾ ਹੱਲ ਲੱਭ ਜਾਏਗਾ। ਜਿਵੇਂ ਆਪਾਂ +2 ਜਿਹੜੀ ਸ਼੍ਰੇਣੀ ਆ, ਸਿਲੇਬਸ ਸਾਡਾ ਕਲੈਰੀਕਲ ਜੋਬ ਵਾਲਾ, ਜਿਵੇਂ ਡਾਕਟਰ ਸਾਹਿਬ ਕਹਿ ਕੇ ਗਏ ਨੇ ਨਾ, ਅਸੀਂ ਚਿੱਟ ਕਪੜੀਆ ਬਿਰਤੀ ਸਾਡੀ ਪੈਦਾ ਕਰਨ ਵਾਸਤੇ ਔਰ ਸੁੱਖ ਰਹਿਣੇ ਜੇ। ਤੇ ਜੂਨ ਦੇ ਮਹੀਨੇ ਜਿਹੜੇ ਬੱਚੇ ਟਾਈਆਂ ਲਾ ਕੇ ਆਉਂਦੇ, ਉਹ ਘਰੇ ਜਾ ਕੇ ਪਾਣੀ ਕਿੱਥੋਂ ਪੀ ਲੈਣਗੇ? ਮਤਲਬ ਟਾਈ ਦਾ ਮਤਲਬ ਹੁੰਦਾ ਸਿਆਲਾਂ ਦੇ ਦਿਨਾਂ ਵਿੱਚ ਉਹ ਕੁਝ ਮਾੜੀ ਮੋਟੀ ਟੌਰ ਸ਼ੌਰ ਵਾਸਤੇ ਤੇ ਕੁਝ ਠੰਡ ਰੋਕਣ ਵਾਸਤੇ।
ਪਰ ਜੂਨ ਜੁਲਾਈ ਦੇ ਮਹੀਨੇ 'ਚ ਜਿਹੜੇ ਟਾਈਆਂ ਲਾ ਕੇ ਤੁਰੇ ਆਉਂਦੇ ਨੇ, ਇਹਨਾਂ ਤੋਂ ਆਸ ਰੱਖਣੀ ਬੜੀ ਔਖੀ ਹੈ। ਮਤਲਬ ਇਹ ਕਿਹੋ ਜਿਹਾ ਵਰਗ ਹੋਊਗਾ ਜਿਹੜਾ ਗਰਮੀਆਂ ਦੇ ਮਹੀਨੇ 'ਚ ਟਾਈ ਲਾ ਕੇ ਤੁਰਿਆ ਫਿਰਦਾ। ਮਤਲਬ ਇਹ ਵੀ ਇੱਕ ਇਸ ਤਰ੍ਹਾਂ ਦੀ ਠੀਕ ਆ, ਉਹਨਾਂ ਦੀ ਟੌਰ ਟੂਰ 'ਤੇ ਠੀਕ ਲੱਗਦੀ ਹੈ। +2 ਦੇ ਵਿੱਚ ਅਸੀਂ ਇੱਕ ਕੁਐਸਚਨ ਪੜ੍ਹਾਉਂਦੇ ਹਾਂ, 5 ਨੰਬਰ ਦਾ ਆਉਂਦਾ, ਪੰਜਾਬੀ ਸੱਭਿਆਚਾਰ। ਮੈਂ ਫਿਰ ਕਹਿੰਦਾ ਕਿ ਸੱਭਿਆਚਾਰ ਸਾਰੀ ਦੁਨੀਆ ਦੇ ਭਿੰਨ ਭਿੰਨ ਨੇ, ਪਰ ਸਾਨੂੰ ਸਾਡੀ ਦ੍ਰਿਸ਼ਟੀ ਤੋਂ ਵਿਵੇਕ ਨਾਲ ਬੱਚੇ ਦੇ ਸ਼ੰਕੇ ਦੂਰ ਕਰਨੇ ਪੈਣਗੇ। ਮੰਨ ਲਓ ਪੰਜਾਬ ਵਿੱਚ ਛਪਾਰ ਦੇ ਮੇਲੇ ਤੇ ਸੱਪ ਪੂਜਦੇ ਨੇ, ਇਹ +2 ਦੇ ਸਿਲੇਬਸ ਵਿੱਚ ਵੀ ਹੈ। ਛਪਾਰ ਦੇ ਮੇਲੇ ਤੇ ਕੀ ਹੁੰਦਾ ਜੀ, ਉੱਥੇ ਸੱਪ ਪੂਜੇ ਜਾਂਦੇ ਨੇ, ਮਿੱਟੀ ਕੱਢੀ ਜਾਂਦੀ ਹੈ, ਗੁੱਗੇ ਦੀ ਪੂਜਾ ਕੀਤੀ ਜਾਂਦੀ ਹੈ। ਚੀਨ ਤੇ ਮਕਾਊ ਦੇ ਟਾਪੂਆਂ ਵਿੱਚ ਸੱਪ ਖਾਣ ਵਾਲੀ ਚੀਜ਼ ਹੈ, ਉੱਥੇ ਲੋਕ ਸੱਪ ਖਾਂਦੇ ਨੇ। ਪੰਜਾਬ ਦੇ ਪਿੰਡਾਂ 'ਚ ਸੱਪ ਆ ਜੇ, ਸੱਪ ਦੇ ਡੰਡਾ ਮਾਰ ਦੇਣਾ। ਸ਼ਹਿਰੀਆਂ ਨੂੰ ਸੱਪ ਦਿਸ ਪਏ, ਮੱਥਾ ਟੇਕਦੇ ਨੇ, ਕਹਿੰਦੇ ਦੇਵਤਾ ਪ੍ਰਗਟ ਹੋ ਗਿਆ। ਅਫਰੀਕਾ ਦੇ ਵਿੱਚ ਚਲੇ ਜਾਓ, ਜਿਉਂਦਾ ਸੱਪ ਮੂੰਹ 'ਚ ਲੈ ਕੇ ਨੱਚਦੇ ਨੇ, ਜਦੋਂ ਖੁਸ਼ੀ ਦਾ ਆਉਂਦਾ ਪੂਛੋਂ ਫੜ ਲੈਂਦੇ ਨੇ, ਮੂੰਹ ਤੋਂ ਫੜ ਲੈਂਦੇ ਨੇ, ਉਹਨਾਂ ਦੀ ਖੁਸ਼ੀ ਦਾ ਇਜ਼ਹਾਰ ਹੈਗਾ। ਜਿਵੇਂ ਸਾਡੇ ਮੁੰਡੇ ਭੰਗੜਾ ਪਾਉਣ ਲੱਗੇ ਡਾਂਗਾ ਮੂੰਹ 'ਚ ਲੈ ਕੇ ਨੱਚਦੇ ਨੇ, ਖੂੰਡੇ ਲੈ ਕੇ ਨੱਚਦੇ ਨੇ। ਇਹਨੂੰ ਮੈਂ ਕਹਿੰਦਾ ਸੱਭਿਆਚਾਰ ਭਿੰਨ ਭਿੰਨ ਹੈ। ਆਪਾਂ ਜਿਸ ਧਰਤੀ 'ਤੇ ਵਸਦੇ ਆ, ਸਾਡੇ ਬੱਚਿਆਂ ਦੇ ਹਲੇ ਵੀ 21ਵੀਂ ਸਦੀ ਵਿੱਚ ਵੀ ਇਹੋ ਖੋਪੜ 'ਚ ਪਾਇਆ ਗਿਆ ਵੀ ਇਹ ਕੋਈ ਦੇਵਤਾ ਹੁੰਦਾ, ਜਦੋਂ ਕਿ ਅੱਜ ਖੋਜ ਕਹਿੰਦੀ 2500 ਜਾਤੀਆਂ ਨੇ, 4-5% ਜ਼ਹਿਰੀਲੇ ਸੱਪ ਨੇ, ਬਾਕੀ ਸਭ ਡੱਡੂਆਂ ਕਿਰਲੀਆਂ ਵਰਗੇ ਜੀਵ ਜੰਤੂ ਨੇ। ਇਹਨਾਂ ਦੀ ਕੋਈ ਪੂਜਾ, ਇਹਨਾਂ ਦਾ ਕੋਈ ਦੇਵਤਾ ਕੋਈ ਨਹੀਂ ਹੈ। ਪਰ ਸਾਡੇ ਸਿਲੇਬਸ 'ਚੋਂ ਹਲੇ ਤੱਕ ਨਹੀਂ ਬਦਲਿਆ ਗਿਆ। ਮਤਲਬ ਸਾਡੇ ਹਲੇ ਵੀ ਉਹ 5 ਨੰਬਰ ਦਾ ਕੁਐਸਚਨ ਬੱਚੇ ਦੀ। ਪਰ ਹੁਣ ਜੇ ਅਧਿਆਪਕ ਜਾਗਰਤ ਹੋਏਗਾ, ਉਹ ਦੱਸ ਸਕਦਾ ਵੀ ਬੇਟੇ ਇੰਨਾ ਕੁ ਕੰਮ ਤਾਂ 5 ਨੰਬਰ ਲੈਣ ਵਾਸਤੇ ਤੁਹਾਨੂੰ ਕਰਨਾ ਹੀ ਪੈਣਾ, ਕਿਉਂਕਿ ਬੋਰਡ ਨੇ ਅਜੇ ਸਿਲੇਬਸ ਬਦਲਿਆ ਨਹੀਂ। ਪਰ ਮੂਲ ਰੂਪ ਵਿੱਚ ਇਹ ਕੋਈ ਦੇਵਤਾ ਨਹੀਂ ਹੁੰਦਾ, ਇਹ ਇੱਕ ਜੀਵ ਜੰਤੂ ਹੀ ਹੈ। ਮਨੁੱਖ ਜਾਂ ਡਰ ਕਰਕੇ ਪੂਜਿਆ ਜਾਂ ਲੋੜ ਕਰਕੇ ਪੂਜਦਾ। ਗਾਂ ਦੀ ਪੂਜਾ ਇਹਨੇ ਲੋੜ ਕਰਕੇ ਕੀਤੀ ਆ, ਤੇ ਸੱਪ ਦੀ ਪੂਜਾ ਡਰ ਕਰਕੇ ਕੀਤੀ ਆ। ਚੂਹੀਆਂ ਕਿਰਲੀਆਂ ਨੂੰ ਕੱਖੋਂ ਨਹੀਂ ਜਾਣਦਾ, ਇਹਨੂੰ ਪਤਾ ਸਪਰੇਅ ਕੀਤਾ ਮਰ ਜਾਣੇ ਆ। ਮਤਲਬ ਉਹਨਾਂ ਤੋਂ ਇਹ ਡਰਿਆ ਵੀ ਨਹੀਂ, ਉਹ ਇਹਨਾਂ ਦੀ ਲੋੜ ਵੀ ਨਹੀਂ। ਇਹ ਉਹਦੀ ਮਾਨਸਿਕਤਾ ਵਿੱਚ ਪਾਉਣਾ ਪਏਗਾ ਕਿ ਇਹ ਪਖੰਡ ਕਰਮ ਹੋ ਰਿਹਾ। ਹੁਣ ਸਹਿਜ ਭਾਵੀ ਮੈਂ ਫੇਰ ਕਹਿਣਾ ਹੁੰਦਾ ਕਿ ਜਿਹੜਾ BA ਜਾਂ MA ਪਾਸ ਬੰਦਾ ਹੈ ਉਹ ਵੀ ਤੰਬਾਕੂ ਪੀ ਰਿਹਾ, ਤੇ ਜਿਹੜਾ ਅਨਪੜ੍ਹ ਰਿਕਸ਼ੇ ਵਾਲਾ ਉਹ ਵੀ ਤੰਬਾਕੂ ਪੀ ਰਿਹਾ, ਤੇ ਉਹਦੇ 16 ਸਾਲ ਵਿੱਦਿਆ ਪ੍ਰਾਪਤ ਕਰਨ ਦਾ ਤੇ ਉਹਦੇ 16 ਸਾਲ ਨਾਮ ਪ੍ਰਾਪਤ ਕਰਨ ਦਾ ਫਰਕ ਤੇ ਕੋਈ ਵੀ ਨਹੀਂ। ਇੱਕ ਇੰਜੀਨੀਅਰ ਦੀ ਕੋਠੀ ਦੇ ਉੱਤੇ ਵੀ ਨਜ਼ਰ ਵੱਟੂ ਲਟਕਦਾ, ਇੱਕ ਅਨਪੜ੍ਹ ਬੰਦੇ ਦੀ ਕੋਠੀ ਤੇ ਵੀ ਨਜ਼ਰ ਵੱਟੂ ਲਟਕਦਾ। ਦੋਨਾਂ 'ਚ ਫਰਕ ਕੀ ਹੋਇਆ? ਇੱਕ ਸਮੈਕ ਹੈਰੋਨ ਅਨਪੜ੍ਹ ਬੰਦਾ ਵੀ ਪੀ ਰਿਹਾ, ਇੱਕ ਪੜ੍ਹਿਆ ਲਿਖਿਆ ਵੀ ਪੀ ਰਿਹਾ। ਇੱਕ ਮੰਗਲ ਵੀਰ ਸ਼ਨੀਵਾਰ ਦੀ ਚਰਚਾ ਅਨਪੜ੍ਹ ਬੰਦਾ ਵੀ ਕਰ ਲਿਆ, ਪੜ੍ਹਿਆ ਲਿਖਿਆ ਵੀ ਕਰ ਰਿਹਾ। ਦੋਨਾਂ 'ਚ ਅੰਤਰਾ ਕੀ ਹੋਇਆ? ਹਾਲਾਂਕਿ ਮੈਂ ਫਿਰ ਕਹਾਂ ਸਾਰੇ ਅਨਪੜ੍ਹ ਅੰਧ ਵਿਸ਼ਵਾਸੀ ਨਹੀਂ ਹੁੰਦੇ, ਸਾਰੇ ਅਨਪੜ੍ਹ ਭੇਡ ਚਾਲ ਵਾਲੇ ਨਹੀਂ ਹੁੰਦੇ। ਬੜੇ ਬੜੇ ਸਿਆਣੇ ਲੋਕ ਨੇ, ਅਸੀਂ ਵੀ ਪਿੰਡਾਂ ਦੇ ਰਹਿਣ ਵਾਲੇ ਹਾਂ। ਪਿੰਡਾਂ 'ਚ ਬੜੇ ਬੜੇ ਭਾਵੇਂ ਇੱਕ ਜਮਾਤ ਨਹੀਂ ਪੜ੍ਹੇ, ਪਰ ਬਹੁਤ ਦੂਰਦ੍ਰਿਸ਼ਟ ਲੋਕ ਵੀ ਹੈਗੇ ਨੇ, ਪਰ ਬਹੁਤ ਪੜ੍ਹੇ ਹੋਏ ਬਹੁਤ ਨਿਆਣੇ ਵਾਲੀਆਂ ਗੱਲਾਂ ਵੀ ਕਰ ਜਾਂਦੇ ਨੇ। ਇਹਨੂੰ ਅਸੀਂ ਕਹਿੰਦੇ ਚੇਤਨਾ ਤੇ ਜਾਗਰਤੀ। ਮਤਲਬ ਇਹਨਾਂ ਦੋਨਾਂ ਵਿੱਚ ਜਾਂ ਇਹਨਾਂ ਕਲਾਸਾਂ ਦਾ ਇਹਦਾ ਮਤਲਬ ਇਹਦੇ 'ਚ ਕੋਈ ਫਰਕ ਨਹੀਂ ਪੈ ਰਿਹਾ। ਇਹ ਡਿਗਰੀਆਂ ਜਿਹੜੀਆਂ ਇਲਮ ਦੀਆਂ ਡਿਗਰੀਆਂ ਦੇ ਨਾਲ ਸਮਾਜ ਵਿੱਚ ਕੇਵਲ ਜਾਗਰਤੀ ਨਹੀਂ ਆ ਰਹੀ। 6ਵੀਂ ਦਾ ਬੱਚਾ ਆਗਿਆਕਾਰ ਹੈ, ਉਹ 12ਵੀਂ ਦਾ ਬੱਚਾ ਆਗਿਆਕਾਰ ਨਹੀਂ ਹੈ। ਔਰ ਕਾਲਜ ਵਿੱਚ ਜਾ ਕੇ ਤਾਂ ਉਹ ਆਪਣੇ ਮੋਟਰਸਾਈਕਲ ਦਾ ਸਲੈਂਸਰ ਲਾ ਕੇ ਭੱਜਣਾ ਆਪਣਾ ਫੈਸ਼ਨ ਸਮਝਦਾ, ਉਹ ਬਿਲਕੁਲ ਹੀ ਨਲਾਇਕ ਹੋ ਜਾਂਦਾ। ਤੇ ਸਾਡੇ ਮਾਲਵੇ ਬਾਰੇ ਕਹਿੰਦੇ ਹੁੰਦੇ ਸੀ ਵੀ ਇਹਨਾਂ 'ਚੋਂ 2 ਬੱਚੇ ਪੁਸਤਕਾਂ ਲੈ ਕੇ ਜਾਂਦੇ ਨੇ ਕਾਲਜ ਨੂੰ, ਤੇ 98 ਬੱਚੇ ਹਾਕੀਆਂ ਲੈ ਕੇ ਜਾਂਦੇ ਨੇ। ਪੁੱਛਣ ਵਾਲਾ ਵੀ ਚੱਲੇ ਕਾਲਜੋ, ਜਿਹੜੀਆਂ ਹੱਥ 'ਚ ਹਾਕੀਆਂ ਫੜੀਆਂ ਇਹ ਕਾਹਦੇ ਵਾਸਤੇ ਲੈ ਕੇ ਚੱਲੇ ਹੋ? ਕਿਉਂਕਿ ਪੜ੍ਹਨਾ ਤਾਂ ਹੈ ਨਹੀਂ, ਲੜਨ ਚੱਲੇ ਆ। ਪੜ੍ਹਨ ਨਹੀਂ ਚੱਲੇ, ਲੜਨ ਚੱਲੇ ਆ। ਮਤਲਬ ਇਹ ਜਿਹੜੀ ਮਾਨਸਿਕਤਾ ਬੱਚਾ ਵਿਕਾਸ ਕਰਦਾ, ਫੈਸ਼ਨ ਕਰਨਾ ਉਹਦਾ ਚਲੋ ਕੋਈ ਗੱਲ ਨਹੀਂ, ਪਰ ਉਹਦੀ ਮਾਨਸਿਕਤਾ ਵਿਗੜਦੀ ਵੀ ਆ। ਜਿਹੜੇ ਬੱਚੇ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਨੇ, ਇਹ ਜਿਹੜੇ ਛੋਟੇ ਛੋਟੇ ਭਰਮ ਭੁਰਮ ਜੇ ਆ ਨਾ, ਇਹ 21ਵੀਂ ਸਦੀ ਦਾ ਬਹੁਤ ਤਕੜਾ ਵਪਾਰ ਹੈ। ਔਰ ਹੁਣ ਤਾਂ ਚੈਨਲਾਈਜ਼ ਹੋ ਚੁੱਕਾ ਹੈ। ਰਾਤ ਨੂੰ 8-8 ਚੈਨਲਾਂ ਉੱਤੇ ਬੰਗਾਲੀ ਬਾਬੇ, ਤੰਤਰਕ ਬਾਬੇ, ਟੂਣੇ ਵਾਲੇ ਬਾਬੇ, ਟੇਵਿਆਂ ਵਾਲੇ ਬਾਬੇ, ਪੱਤਰੀਆਂ ਵਾਲੇ ਬਾਬੇ ਬੈਠੇ ਹੋਏ ਨੇ। ਇਹ ਸਮਾਜ ਨੂੰ ਸਿਆਣਾ ਨਹੀਂ ਹੋਣ ਦੇਣਗੇ। ਮੈਂ ਫਿਰ ਇਲਮ ਤੇ ਅਕਲ ਦਾ ਅੰਤਰਾ ਕਰਾਂ। ਗੁਰੂ ਨਾਨਕ ਪਾਤਸ਼ਾਹ ਦੀ ਇੱਕ ਪੰਕਤੀ ਹੈ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ ਅਕਲੀ ਕੀਚੇ ਦਾਨ। ਉੱਥੇ ਇਲਮ ਸ਼ਬਦ ਨਹੀਂ ਵਰਤਿਆ ਵੀ ਇਲਮੀ ਸਾਹਿਬ ਸੇਵੀਏ ਇਲਮੀ ਪਾਈਏ ਮਾਨ। ਇਲਮ ਵਾਲੇ ਦੀ ਇੱਕ ਸੀਮਾ ਹੁੰਦੀ ਹੈ, ਅਕਲ ਵਾਲਾ ਅਸੀਮ ਹੁੰਦਾ, ਪਰ ਇਲਮ ਤੋਂ ਅਕਲ ਵੱਲ ਮਨੁੱਖ ਤੁਰਦਾ। ਬੱਚੇ ਨੂੰ ਇਲਮ ਤੋਂ ਅਕਲ ਵੱਲ ਜਾਂ ਸਮਾਜ ਨੇ ਤੋਰਨਾ, ਤੇ ਉਸ ਤੋਂ ਪਹਿਲਾਂ ਉਹਦੇ ਅਧਿਆਪਕ ਨੇ ਤੋਰਨਾ, ਵੀ ਉਹਨੂੰ ਸਪਸ਼ਟਤਾ ਹੋਵੇ। ਤੇ ਜਦ ਉਹਨੂੰ ਸਪਸ਼ਟਤਾ ਹੋਵੇਗੀ ਤੇ ਸਹਿਜ ਭਾਵੀ
ਉਹਦਾ ਜਿਹੜਾ ਮਨ ਦਾ ਵਿਕਾਸ ਹੈ, ਉਹਦੇ ਖਿਆਲਾਂ ਦਾ ਵਿਕਾਸ ਹੈ। ਠੀਕ ਹੈ, ਮੈਡੀਕਲ ਸਾਇੰਸ ਮਨ ਨੂੰ ਨਹੀਂ ਮੰਨਦੀ, ਪਰ ਮਨ ਤੋਂ ਹੀ ਅਸੀਂ ਮਨੁੱਖ ਸ਼ਬਦ ਆਇਆ। ਪਰ ਮੈਂ ਫਿਰ ਗੁਰਮਤਿ ਦਾ ਵਿਦਿਆਰਥੀ ਹੁੰਦੇ, ਗੁਰੂ ਨਾਨਕ ਪਾਤਸ਼ਾਹ ਜੀ ਦੀ ਇੱਕ ਪੰਕਤੀ ਹੈ, ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਜ ਤੱਤ ਤੇ ਜਨਮਾ। ਕਹਿੰਦੇ ਮਨ ਇੱਕ ਸੂਖਸ਼ਮ ਰੂਪ ਵਿੱਚ ਹੈ। ਜੇ ਪੰਜ ਭੂਤਕ ਸਰੀਰ ਹੈਗਾ, ਇਹਦੇ ਵਿੱਚ ਮਨ ਵੀ ਹੈ। ਮਨ ਸਾਡੇ ਵਿਚਾਰਾਂ ਦਾ ਸੰਗ੍ਰਹਿ ਹੈ। ਮਨ ਕਿਸ ਦਾ ਕਿੰਨਾ ਤਕੜਾ, ਉਹੋ ਜਿਹੇ ਉਹਦੇ ਖਿਆਲਾਤ ਨੇ। ਬੈਠੀਏ ਸਾਥ ਬਡਨ ਕੇ ਹੋਤ ਬਡਨ ਸਿਓ ਮੇਲ, ਸਭੈ ਜਾਣਤ ਬੜਤ ਹੈ ਬਿਰਛ ਬਰਾਬਰ ਵੇਲ। ਵੇਲ ਓਨੀ ਉੱਚੀ ਹੁੰਦੀ ਹੈ ਜਿੰਨਾ ਰੁੱਖ ਉੱਚਾ ਹੁੰਦਾ। ਮਨੁੱਖ ਦਾ ਮਨ ਓਨਾ ਉੱਚਾ ਹੁੰਦਾ ਜਿੰਨੀ ਉਹਦੀ ਪੂਜਾ ਅਰਚਾ, ਉਹਦੀ ਸੁਸਾਇਟੀ, ਉਹਦੀ ਸਕੂਲ, ਉਹਦੀ ਸੰਸਥਾ, ਉਹਦੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਖਿਆਲਾਤ ਉੱਚੇ ਹੁੰਦੇ ਆ। ਜੇ ਪ੍ਰੋਫੈਸਰ ਹੀ ਮੰਗਲਵਾਰ ਆਵੇ ਨਾ ਜੀ, ਮੈਨੂੰ ਪੰਡਤ ਜੀ ਨੇ ਦੱਸਿਆ ਮੰਗਲਵਾਰ ਨਹੀਂ ਜਾਣਾ, ਤੇ ਫਿਰ ਬੱਚਾ ਵੀਰਵਾਰ ਵੀ ਨਹੀਂ ਆਊਗਾ ਤੇ ਬੁੱਧਵਾਰ ਵੀ ਨਹੀਂ ਆਊਗਾ। ਮਤਲਬ ਪਹਿਲਾਂ ਮਾਨਸਿਕਤਾ ਪੰਜਾਬੀ ਦਾ ਅਖਾਣ ਹੈ, ਜੇ ਮਿਸਤਰੀ ਸਿੱਧਾ ਹੋਵੇ ਕੰਧ ਆਪੇ ਸਿੱਧੀ ਹੋ ਜਾਂਦੀ ਹੈ, ਤੇ ਜੇ ਮਿਸਤਰੀ ਚਾਹ ਤੋਂ ਰੁੱਸਿਆ ਹੋਵੇ ਮੇਰੇ ਵਰਗਾ, ਤੇ ਤੋੜ ਤੋੜ ਕੇ ਇੱਟਾਂ ਵੀ ਵਿੰਗੀਆਂ ਟੇਡੀਆਂ ਲਾਊਗਾ, ਤੇ ਬੱਚੇ ਕਿਵੇਂ ਸਿੱਧੇ ਹੋ ਜਾਣਗੇ। ਮਤਲਬ ਪਹਿਲਾਂ ਅਸੀਂ ਉਹ ਰਾਜ ਮਿਸਤਰੀ ਆ ਜਿਨ੍ਹਾਂ ਦੇ ਹੱਥਾਂ 'ਚੋਂ ਸਿੱਧੀ ਕੰਧ ਉਸਰਨੀ ਆ। ਜੇ ਸਾਡੀ ਮਾਨਸਿਕਤਾ ਦੇ ਵਿੱਚ ਸਮਕਾਲੀ ਸਮੱਸਿਆਵਾਂ ਬਾਰੇ ਅਸੀਂ ਨਹੀਂ ਸਮਝਦੇ, ਮੈਨੂੰ ਪਤਾ ਕਿ ਜੇ ਮੈਂ ਮੋਟਾ ਸੋਟਾ ਜਿਹਾ ਕੰਮ ਕਰਾਂ ਤੇ ਮੇਰਾ ਖਿਆਲ ਕਾਫੀ ਵਰਗ, ਕਿਉਂਕਿ ਹੁਣ ਤਾਂ ਬੀਬੀਆਂ ਭੈਣਾਂ ਦੀ ਗਿਣਤੀ ਜ਼ਿਆਦਾ ਹੈ, ਮੇਲ ਮੈਂਬਰ ਜਿਹੜੇ ਸਾਡੇ ਨੇ, ਚਾਹੇ ਉਹ ਕਾਲਜਾਂ 'ਚ ਨੇ ਚਾਹੇ ਸਕੂਲਾਂ 'ਚ ਨੇ, ਖੁਦ ਵੀ ਕਾਫੀ ਗਿਣਤੀ ਵਿੱਚ ਨਸ਼ੇੜੀ ਨੇ। ਉਹ ਖੁਦ ਨਸ਼ਿਆਂ ਦੇ ਆਦੀ ਨੇ। ਤੇ ਜਦੋਂ ਅਸੀਂ ਪੜ੍ਹਦੇ ਸਾਂ ਤੇ ਸਾਡੇ ਸਕੂਲ ਦੇ ਅਧਿਆਪਕ ਮੇਰਾ ਖਿਆਲ ਸ਼ਨੀਵਾਰ ਉੱਥੇ ਹੀ ਦਾਰੂ ਦੂਰੂ ਪੀ ਕੇ ਮੁਰਗੇ ਵੀ ਧਰ ਲੈਂਦੇ ਸਨ। ਅਸੀਂ ਬਚਪਨ 'ਚ ਦੇਖਦੇ ਰਹੇ ਹਾਂ। ਮਤਲਬ ਜਿਸ ਬੰਦੇ ਨੇ ਰੋਕਣਾ ਹੈ, ਜੇ ਉਹ ਹੁਣ ਤੇ ਸਸਪੈਂਡ ਵੀ ਕੀਤੇ ਨੇ ਪੰਨੂ ਸਾਹਿਬ ਨੇ, ਵੀ ਜਿਹੜੇ ਜ਼ਿਆਦਾ ਹੀ ਨਸ਼ੇੜੀ ਸਨ, ਸਮੈਕ ਵੀ ਪੀਣ ਲੱਗ ਪਏ, ਗੋਲੀਆਂ ਕੈਪਸੂਲ ਵਾਲੇ, ਇਹੋ ਜਿਹੇ ਅਧਿਆਪਕ ਵੀ ਡਿੱਗਦੇ ਢਹਿੰਦੇ ਮਿਲ ਜਾਂਦੇ ਨੇ। ਇਹਨਾਂ ਤੋਂ ਬੱਚਿਆਂ ਨੂੰ ਵੀ ਵਿਚਾਰਿਆਂ ਨੂੰ ਕੀ ਆਸ ਹੋ ਸਕਦੀ ਹੈ, ਜਾਂ ਮਾਪਿਆਂ ਨੂੰ ਕੀ ਆਸ ਹੋ ਸਕਦੀ ਹੈ। ਪਰ ਫਿਰ ਵੀ ਜਿਹੜੀ ਉਹਦੀ ਘਾੜਤ ਹੈ, ਉਹਦੇ ਵਿਚਾਰਾਂ ਦੀ ਘਾੜਤ ਹੈ, ਅਤੇ ਖਾਸ ਕਰਕੇ ਉਹਦੀ ਕਿਉਂਕਿ ਮੈਂ ਫਿਰ ਕਿਹਾ ਕਿ ਜਿਹੜੀਆਂ ਬਾਲ ਸੁਭਾਵਾਂ ਨੇ ਇਹ ਇੱਕ ਵਾਰੀ ਗੁੰਮ ਹੋ ਗਈਆਂ, ਕਿਤੇ ਚੱਲਦੀਆਂ ਨੇ। ਇਹਦੇ ਵਿੱਚੋਂ ਬੱਚਿਆਂ ਦਾ ਟੈਲੈਂਟ ਪੈਦਾ ਹੁੰਦਾ। ਇਹ ਸਾਨੂੰ ਜ਼ਰੂਰ ਜਿੱਥੇ ਜਿੱਥੇ ਵੀ ਅਸੀਂ ਬੈਠੇ ਹਾਂ, ਉਹਨਾਂ ਨੂੰ ਪ੍ਰੇਰਕ ਸ਼ਕਤੀਆਂ ਸੀ, ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕਰਨੀ ਔਰ ਉਹਨਾਂ ਨੂੰ ਪ੍ਰੇਰਨਾ ਵੀ। ਫਿਰ ਉਹਨਾਂ ਨੂੰ ਚੰਗੇ ਚੰਗੇ ਵਿਸ਼ਿਆਂ 'ਤੇ ਬੋਲਣ ਵਾਸਤੇ, ਖੋਜਣ ਵਾਸਤੇ ਪ੍ਰੇਰਨਾ ਦੇਣੀ, ਜਾਂ ਲਿਖਣ ਵਾਸਤੇ ਪ੍ਰੇਰਨਾ ਦੇਣੀ। ਫਿਰ ਉਹਨਾਂ ਨੂੰ ਕੰਮ ਕਰਨ ਵੱਲੇ ਵੀ ਪ੍ਰੇਰਕ ਸ਼ਕਤੀ ਸਾਡੀ ਨੇ ਕੰਮ ਆਉਣਾ। ਫਿਰ ਉਹਨਾਂ ਦੀ ਸਰੀਰਕ ਬਣਾਵਟ ਬਾਰੇ, ਕਿ ਉਹ ਕੀ ਖਾਣ ਤੇ ਕੀ ਨਾ ਖਾਣ। ਮੇਰਾ ਖਿਆਲ ਸਾਰੇ ਪੰਜਾਬ ਵਿੱਚ ਮੈਨੂੰ 2 ਕੰਟੀਨਾਂ ਬਾਰੇ ਸਿਰਫ ਜਾਣਕਾਰੀ ਮਿਲੀ ਹੈ ਜਿਨ੍ਹਾਂ ਨੇ ਆ ਜੰਕ ਫੂਡ ਬੰਦ ਕੀਤਾ ਹੋਇਆ, ਵੀ ਇੱਥੇ ਸਮੋਸੇ ਟਿੱਕੀਆਂ ਨਹੀਂ ਵੰਡ ਦੇਣੇ, ਤੁਸੀਂ ਫਲ ਫਰੂਟ ਰੱਖ ਲਓ, ਸਾਡੇ ਬੱਚੇ ਲੈ ਆਉਣਗੇ। ਅੰਮ੍ਰਿਤਸਰ 'ਚ ਇੱਕ ਸੰਸਥਾ ਬਾਰੇ ਮੈਨੂੰ ਪਤਾ ਕਿ ਉਹਨਾਂ ਨੇ ਕਿਹਾ ਕੰਟੀਨ ਵਾਲੇ ਨੂੰ ਵੀ ਇਹ ਗੰਦ ਪਿਲ ਸਾਡੇ ਬੱਚਿਆਂ ਨੂੰ ਨਾ ਖਵਾਓ। ਅਤੇ ਓਵਰਆਲ ਅੱਧੀ ਛੁੱਟੀ ਵੇਲੇ ਸਾਨੂੰ ਵੀ ਉਹੀ ਤਲੀਆ ਅਤੇ ਬੱਚਿਆਂ ਨੂੰ ਵੀ ਉਹ ਤਲਿਆ। ਮਤਲਬ ਇਹ ਇੱਕ ਸਟੈਪ ਹੁੰਦੇ ਆ ਛੋਟੇ ਛੋਟੇ, ਜਿੱਥੋਂ ਬੱਚਿਆਂ ਦੀ ਸ਼ੁਰੂਆਤ ਹੁੰਦੀ ਆ ਕਿ ਉਹ ਖਾਂਦੇ ਕੀ ਨੇ, ਅਤੇ ਉਹਨਾਂ ਦੀ ਖੁਰਾਕ, ਉਹਨਾਂ ਦੇ ਦੰਦਾਂ ਦੀ ਸੰਭਾਲ। ਮੈਂ ਤਾਂ ਆਮ ਕੈਂਪਾਂ 'ਚ ਕਹਿੰਦਾ ਹੁੰਦਾ ਵੀ ਰੋਜ਼ਾਨਾ ਰੋਟੀ ਖਾਣ ਤੋਂ ਬਾਅਦ ਰਾਤ ਨੂੰ ਬੱਚਿਆਂ ਨੂੰ ਬੁਰਸ਼ ਕਰਨ ਦੀ ਆਦਤ ਟੀਚਰ ਪਾ ਸਕਦਾ, ਔਰ ਪਾਣੀ ਪੀਣ ਦੀ ਨਿਰਣੇ ਪੇਟ ਆਦਤ ਟੀਚਰ ਪਾ ਸਕਦਾ, ਕਿਉਂਕਿ ਉਹਦੀ ਗੱਲ ਮੰਨ ਸਕਦੇ ਨੇ। ਮਤਲਬ ਇਹ ਉਹਨਾਂ ਦਾ ਇੱਕ ਬਾਹਰੀ ਜਿਹੜਾ ਉਹਨਾਂ ਦਾ ਸ਼ਕਤੀ ਹੈ। ਉਹਦੇ ਖੁਰਾਕ ਬਾਰੇ ਵੀ ਭਾਵੇਂ ਕੋਈ ਸਾਇੰਸ ਵਾਲਾ ਹੈ, ਭਾਵੇਂ ਕੋਈ ਮੈਥ ਵਾਲਾ ਹੈ, ਜੇ 2 ਮਿੰਟ ਜਾਂ 4 ਮਿੰਟ, ਜਾਂ ਕਿਸੇ ਵੀ ਮਜ਼ਹਬ ਨੂੰ ਆਪਾਂ ਧਰਮ ਨੂੰ ਮੰਨਣ ਵਾਲੇ ਹਾਂ ਜਾਂ ਨਾ ਮੰਨਣ ਵਾਲੇ, ਕਿਸੇ ਦਾ ਸੁਭਾਅ ਕੋ ਆਪਣਾ ਹੋ ਸਕਦਾ, ਮੈਂ ਥੋਪ ਨਹੀਂ ਸਕਦਾ ਕਿਸੇ 'ਤੇ, ਪਰ ਉਹਨੂੰ ਘੱਟੋ ਘੱਟ ਪਹਿਲਾਂ ਉਹਨੂੰ ਮਨ ਕਰਕੇ ਪ੍ਰਪੇਅਰ ਕਰਨਾ ਕਿ ਪੀਰੀਅਡ ਲਾਉਣ ਲੱਗੇ ਤਾਂ ਕਿਉਂ ਲਾਉਣ ਲੱਗੇ ਆ, ਇਹਦੇ 'ਚ ਪੜ੍ਹਨਾ ਅਤੇ ਕੀ ਪੜ੍ਹਨਾ, ਅਤੇ ਉਹਨਾਂ ਦੀ ਕੁਝ ਕੁ ਗੱਲਾਂ 2-4 ਮਿੰਟ ਵਾਸਤੇ ਇਸ ਲਈ ਜ਼ਰੂਰੀ ਹੈ ਕਿ ਉਹ ਤੰਦਰੁਸਤ ਵੀ ਰਹਿਣ। ਔਰ ਸਭ ਤੋਂ ਵੱਡੀ ਗੱਲ ਹੈ ਕਿ ਮਨ ਕਰਕੇ ਤੰਦਰੁਸਤ ਕਿਵੇਂ ਰਹਿਣ। ਮਨ ਦੇ ਉੱਤੇ ਸੱਭਿਆਚਾਰਕ ਪ੍ਰਭਾਵ ਹੈਗੇ ਨੇ। ਮੈਂ ਗੱਲ ਕਰਦਾ ਸੀ ਛਪਾਰ ਦਾ ਮੇਲਾ ਅਜੇ ਵੀ ਪੰਜਾਬ 'ਚ ਲੱਗਦਾ, ਔਰ +2 'ਚ ਪੜ੍ਹਾਇਆ ਜਾਂਦਾ। ਛਪਾਰ ਦੇ ਮੇਲੇ 'ਤੇ ਖੋਤਿਆਂ ਦੀ ਪੂਜਾ ਹੁੰਦੀ ਹੈ। 12ਵੀਂ ਤੱਕ ਸਾਨੂੰ ਵੀ ਕਿਸੇ ਟੀਚਰ ਨੇ ਨਹੀਂ ਦੱਸਿਆ ਵੀ ਖੋਤਿਆਂ ਦੀ ਪੂਜਾ ਕਿਉਂ ਹੁੰਦੀ ਆ, ਅਤੇ ਬੋਰਡ 5 ਨੰਬਰ ਦਾ ਜਿਹੜਾ ਪੇਪਰ ਕੁਐਸਚਨ ਕਿਉਂ ਪਾਈ ਬੈਠਾ। ਹਿੰਦੁਸਤਾਨ ਵਿੱਚ ਇੱਕ ਰੋਗ ਪ੍ਰਚਲਿਤ ਸੀ ਜਿਹਨੂੰ ਛੂਤ ਦਾ ਰੋਗ ਸੀ। ਹਿੰਦੁਸਤਾਨੀ ਇਹਨੂੰ ਸੀਤਲਾ ਦਾ ਕਹਿਰ ਜਾਂ ਮਾਤਾ ਨਿਕਲਣੀ ਕਹਿੰਦੇ ਸਨ। ਅੰਗਰੇਜ਼ਾਂ ਨੇ ਇਹਦਾ ਨਾਮ ਸਮਾਲ ਪੌਕਸ ਜਾਂ ਚਿਕਨ ਪੌਕਸ ਰੱਖਿਆ। ਔਰ ਸਾਡੇ ਕਿਉਂਕਿ ਭਾਰਤ ਦੇ ਲੋਕਾਂ ਦੀ ਹੈ ਤਾਂ ਪ੍ਰਕਾਸ਼ ਵਾਲਿਆਂ ਦੀ ਧਰਤੀ ਆ, ਪਰ ਹੈ ਹਨੇਰੇ ਵਾਲਿਆਂ ਦੇ ਜ਼ਿਆਦਾ ਕੰਮ ਹਨੇਰੇ ਵਾਲਾ ਹੀ ਇਹਨਾਂ ਦਾ। ਮਤਲਬ ਇਹ ਤੁੱਕੇਬਾਜ਼ੀ ਨਾਲ ਕਿਸੇ ਅੰਧ ਵਿਸ਼ਵਾਸ ਨਾਲ ਗੱਲ ਜੋੜ ਲੈਂਦੇ ਆ।
ਇਹਨਾਂ ਨੇ ਇੱਕ ਦੇਵੀ ਮਿਥ ਲਈ। ਉਸ ਦੇਵੀ ਦੀ ਸਵਾਰੀ ਜਿਹੜੀ ਖੋਤੇ ਦੀ ਸਵਾਰੀ ਹੈ, ਉਸ ਖੋਤੇ ਦੀ ਪੂਜਾ ਕਰਨ ਵਾਸਤੇ ਜਿਹੜਾ ਜਰਗ ਦਾ ਮੇਲਾ ਅੱਜ ਵੀ ਪੰਜਾਬ 'ਚ ਲੱਗਦਾ। ਔਰ ਅੱਜ ਇਹ ਬਿਮਾਰੀ ਵੀ ਹੈ ਨਹੀਂ, ਪਰ ਪਿਛੋਕੜ ਤੋਂ ਇਹ ਤੁਰੀ ਆਉਂਦੀ ਹੈ। ਹੁਣ ਅਧਿਆਪਕ ਇਹ ਬੱਚੇ ਨੂੰ ਦੱਸ ਸਕਦਾ ਵੀ ਠੀਕ ਆ, ਤੇਰੀ ਪੜ੍ਹਨਾ ਤੇਰੀ ਮਜਬੂਰੀ ਆ, ਕਿਉਂਕਿ ਸਿਲੇਬਸ ਹੀ ਨਹੀਂ ਬਦਲਿਆ। ਪਰ ਇਹ ਹੈ ਅੰਧ ਵਿਸ਼ਵਾਸ ਆ। ਖੋਤਿਆਂ ਦੀ ਪੂਜਾ ਦਾ ਕਰਨ ਦੇ ਨਾਲ ਸਮਾਲ ਪੌਕਸ ਦਾ, ਚਿਕਨ ਪੌਕਸ ਦਾ ਕੋਈ ਸੰਬੰਧ ਨਹੀਂ ਹੈ। ਔਰ ਇਹ ਉਸ ਸਮੇਂ ਤੋਂ ਲੋਕ ਪੂਜ ਰਹੇ ਆ ਜਦੋਂ ਲੋਕਾਂ ਨੂੰ ਸਮਝ ਨਹੀਂ ਸੀ ਬਿਮਾਰੀ ਕਿਉਂ ਪੈਦਾ ਹੁੰਦੀ ਆ। ਇਹ ਬੱਚੇ ਨੂੰ ਬਾਏ ਬਰਥ ਜਿਹੜੀ ਉਹਦੀ ਨਾਭੀ 'ਚ ਮੈਲ ਰਹਿ ਜਾਂਦੀ ਸੀ, ਜੋ ਮੈਂ ਪੁਰਾਣੇ ਅਖਬਾਰਾਂ 'ਚੋਂ ਪੜ੍ਹਿਆ, ਉਹ ਹੌਲੀ ਹੌਲੀ ਜ਼ਹਿਰੀਲਾ ਮਾਦਾ ਬਣ ਕੇ ਸਰੀਰ 'ਚੋਂ ਫੋੜਿਆਂ ਦੇ ਰੂਪ ਵਿੱਚ ਬਾਹਰ ਆਉਂਦੀ ਸੀ। ਔਰ ਇਹ 4-5 ਦਿਨ ਵਿੱਚ ਇਹ ਬਿਮਾਰੀ ਠੀਕ ਹੋ ਜਾਂਦੀ ਸੀ। ਅਤੇ ਸਾਡੇ ਲੋਕ ਵਿਚਾਰੇ ਅੰਧ ਵਿਸ਼ਵਾਸੀ ਟਾਈਪ ਦੇ ਜ਼ਿਆਦਾ ਨੇ। ਇਹ ਕਿਸੇ ਗੱਲ ਦੀ ਖੋਜ ਪਿਛੋਕੜ ਵਿੱਚ ਘੱਟ ਹੀ ਜਾਂਦੇ ਆ। ਬੋਲੇ ਜੇ ਬੱਚਾ ਰੋਣ ਲੱਗ ਪਿਆ ਤੇ ਕਹਿੰਦੇ ਇਹਨੂੰ ਤਵੇ ਦਾ ਕਾਲਾ ਟਿੱਕਾ ਲਾਓ, ਇਹਨੂੰ ਨਜ਼ਰ ਲੱਗ ਗਈ ਹੈ। ਅਤੇ ਮੈਂ ਕਹਿੰਦਾ ਉਹਨਾਂ ਇੰਗਲੈਂਡ ਵਿੱਚ ਸਾਰਿਆਂ ਦੇ ਬੱਚੇ ਗੋਰੇ ਆ, ਉੱਥੇ ਤਾਂ ਕੋਈ ਟਿੱਕਾ ਨਹੀਂ ਲਾਉਂਦਾ, ਉੱਥੇ ਕੋਈ ਨਜ਼ਰ ਨਹੀਂ ਲੱਗਦੀ। ਚੀਨ 'ਚ ਚਲੇ ਜਾਓ, ਉਹਨਾਂ ਦੇ ਬੱਚਿਆਂ 'ਤੇ ਕੋਈ ਟਿੱਕਾ ਨਹੀਂ ਲੱਗਾ। ਹੁਣ ਕਾਰਨ ਇਹ ਹੈ ਕਿ ਇਹਦਾ ਪਿਛੋਕੜ ਹੈ ਕਿ ਸਾਡੀ ਧਰਤੀ ਵਿੱਚ ਅਸੀਂ ਭਿੰਨ ਤਰ੍ਹਾਂ ਦੀਆਂ ਜਾਤੀਆਂ ਨੇ, ਭਿੰਨ ਤਰ੍ਹਾਂ ਦੇ ਸਾਡੇ ਕਲਰ ਨੇ, ਭਿੰਨ ਰੰਗ ਹੋਣ ਕਰਕੇ, ਕੋਠੀਆਂ ਵੱਡੀਆਂ ਛੋਟੀਆਂ ਹੋਣ ਕਰਕੇ, ਮੱਝਾਂ ਗਾਵਾਂ ਦੀਆਂ ਨਸਲਾਂ ਵੱਡੀਆਂ ਛੋਟੀਆਂ ਹੋਣ ਕਰਕੇ ਸਾਨੂੰ ਸਾਰੀਆਂ ਗੱਲਾਂ 'ਤੇ ਭਰਮ ਹੈਗਾ ਵੀ ਇਹਨੂੰ ਨਜ਼ਰ ਲੱਗ ਜਾਂਦੀ ਹੈ। ਪਰ ਹੋਰ ਕਿਸੇ ਮੁਲਕ ਦੀਆਂ ਭਰਮ ਹੋਰ ਹੋ ਸਕਦੇ ਨੇ, ਪਰ ਉਹਨਾਂ ਨੂੰ ਐ ਨਹੀਂ ਲੱਗਦਾ ਵੀ ਸਾਡੇ ਗੋਰੇ ਬੱਚੇ ਨੂੰ ਨਜ਼ਰ ਲੱਗ ਜਾਏਗੀ। ਇਹ ਉਹਨਾਂ ਦਾ ਭਰਮ ਨਹੀਂ ਹੈ, ਸਾਡੀ ਧਰਤੀ ਦਾ ਭਰਮ ਹੈ। ਕੋਠੀ ਨੂੰ ਨਜ਼ਰ ਲੱਗ ਜਾਏਗੀ, ਸਾਡੀ ਧਰਤੀ ਦਾ ਭਰਮ ਹੈ। ਸਾਡੇ ਤਾਂ ਵਿਦੇਸ਼ੀ ਮਹਿਮਾਨ ਬੈਠੇ ਨੇ, ਮੇਰਾ ਖਿਆਲ ਨਹੀਂ ਕਦੀ ਕਿਸੇ ਨੇ ਉੱਥੇ ਇਹੋ ਜਿਹੀ ਚੀਜ਼ ਟੰਗੀ ਹੋਵੇ, ਕਿਉਂਕਿ ਇਹ ਸਾਡੀ ਧਰਤੀ ਵਿੱਚ ਅਰਥ ਵਿਵਸਥਾ ਦਾ ਬੈਲੈਂਸ ਨਾ ਹੋਣ ਕਰਕੇ ਇਹ ਸਾਡੀ ਧਰਤੀ ਦੇ ਭਰਮ ਨੇ। ਉਹਨਾਂ ਦੀ ਧਰਤੀ ਦੇ ਹੋਰ ਹੋ ਸਕਦੇ ਨੇ, ਪਰ ਉਹਨਾਂ ਦੇ ਉਸ ਲੱਕੜ ਦੇ ਘਰ ਦੇ ਵਾਰ-ਵਾਰ ਕਿਸੇ ਨੂੰ ਲੋੜ ਨਹੀਂ ਪੈਂਦੀ, ਕਿਉਂਕਿ ਬਾਹਰੋਂ ਸਾਰੇ ਇੱਕੋ ਜਿਹੇ ਨੇ। ਇਹਨੂੰ ਅਸੀਂ ਮਾਨਸਿਕ ਤੌਰ 'ਤੇ ਜਿਹੜਾ ਉਹਦਾ ਮਾਨਸਿਕ ਵਿਕਾਸ ਹੈ, ਕਿਉਂਕਿ ਬੱਚਾ ਖਾਸ ਕਰਕੇ ਮੈਂ ਪੰਜਾਬ ਸਾਰਾ, ਮਾਝਾ ਮਾਲਵਾ ਦੁਆਬਾ ਜਾਂ ਜਿੱਥੇ ਵੀ ਮੈਂ ਜਾਂਦਾ, ਦਿੱਲੀ ਚੰਡੀਗੜ੍ਹ ਵੀ, ਮੈਂ ਆਮ ਗੱਲ ਕਰਦਾ ਜਦੋਂ ਗੁਰਬਾਣੀ 'ਤੇ ਬੇਸਡ ਕਿ ਗੁਰੂ ਨਾਨਕ ਪਾਤਸ਼ਾਹ ਜੀ 500 ਸਾਲ ਪਹਿਲਾਂ ਜਾਂ 550 ਸਾਲ ਪਹਿਲਾਂ ਇਹ ਜੰਤਰਾਂ ਮੰਤਰਾਂ ਤੰਤਰਾਂ ਨੂੰ ਪਖੰਡ ਕਰਮ ਕਹਿੰਦੇ ਨੇ। ਪਰ ਅੱਜ ਵੀ 21ਵੀਂ ਸਦੀ ਵਿੱਚ ਵੀ ਇਹ ਹਰ ਗਲੀ ਮਹੱਲੇ ਵਿੱਚ ਟੇਵੇ ਲਾਉਣ ਵਾਲੇ, ਤਵੀਤ ਦੇਣ ਵਾਲੇ, ਧਾਗੇ ਦੇਣ ਵਾਲੇ, ਟੂਣੇ ਕਰਨ ਵਾਲੇ ਬੈਠੇ ਨੇ। ਇਹ ਹੁਣ ਬੱਚਿਆਂ ਦੀ ਮਾਨਸਿਕਤਾ 'ਚ ਖਾਸ ਕਰਕੇ ਗੱਲ ਬੈਠੀ ਹੋਈ ਹੈ ਕਿ ਕੁਝ ਨਾ ਕੁਝ ਹੁੰਦਾ। ਔਰ ਤੁਸੀਂ ਹੈਰਾਨ ਹੋਵੋਗੇ ਕਿ ਫਰਵਰੀ ਦੇ ਮਹੀਨੇ 'ਚ 5-7% ਸਕੂਲ ਦੇ ਬੱਚਿਆਂ ਨੇ ਕਾਲੇ ਧਾਗੇ ਬੰਨ੍ਹ ਲੈਣੇ ਹੁੰਦੇ, ਜਿਹੜੇ ਸਭ ਤੋਂ ਨਲਾਇਕ ਹੁੰਦੇ ਆ। ਬੇਬੇ ਨੇ ਤਵੀਤ ਲਿਆਂਦਾ ਜੀ, ਪੇਪਰ ਚੰਗੇ ਹੋਣਗੇ। ਅਤੇ ਮੈਂ ਕਿਉਂਕਿ ਸਾਡੇ ਤਾਂ 20 ਕਾਲਜ ਨੇ ਖਾਲਸਾ ਕਾਲਜ ਦੇ, ਮੈਂ ਬੱਚਿਆਂ ਨੂੰ ਕਹਿੰਦਾ ਹੁੰਦਾ ਕਦੀ ਕਿਸੇ ਨੇ ਤਵੀਤ ਕਰਨ ਵਾਲੇ ਦੀ ਕੁਆਲੀਫਿਕੇਸ਼ਨ ਪੁੱਛੀ ਹੈ? ਸਾਰਾ ਪੰਜਾਬ ਘੁੰਮ ਲਓ, ਜੇ 5ਵੀਂ ਪਾਸ ਵੀ ਤੁਹਾਨੂੰ ਤਵੀਤ ਕਰਨ ਵਾਲਾ ਬੰਦਾ ਲੱਭ ਜੇ। ਕੋਈ ਦੂਜੀ 'ਚੋਂ ਫੇਲ, ਕੋਈ ਤੀਜੀ 'ਚੋਂ ਫੇਲ, ਕੋਈ ਚੌਥੀ 'ਚੋਂ ਫੇਲ, ਅਤੇ BA ਪਾਸ ਕਰਨ ਵਾਸਤੇ ਤੁਹਾਨੂੰ ਧਾਗੇ ਦੇ ਜਾਂਦੇ ਨੇ। ਮਤਲਬ ਇਹਦਾ ਮਤਲਬ ਤੁਸੀਂ ਨਲਾਇਕਾਂ ਦੀ ਟੀਮ ਹੋ, ਜਿਹੜੇ BA MA ਵਾਲੇ 5ਵੀਂ ਫੇਲ ਬੰਦੇ ਕੋਲੋਂ ਧਾਗੇ ਕਰਾ ਕੇ ਲਿਆਉਂਦੇ। ਮਤਲਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਹਿੰਦੁਸਤਾਨ ਜਾਂ ਵਰਲਡ ਦੀਆਂ ਉਦਾਸੀਆਂ ਕੀਤੀਆਂ, ਉਹਨਾਂ ਦੀ ਇੱਕ ਪੰਕਤੀ ਹੈ, ਤੰਤ ਮੰਤ ਪਖੰਡ ਨਾ ਜਾਣਾ, ਰਾਮ ਹਿਰਦੈ ਮਨ ਮਾਨੈ, ਕਿ ਮੈਂ ਇਸ ਪਖੰਡ ਨੂੰ ਨਹੀਂ ਕੁਛ ਨਹੀਂ ਜਾਣਦਾ। ਕਿਉਂ ਨਹੀਂ ਜਾਣਦਾ? ਇਹ ਇੱਕ ਬੜਾ ਵਧੀਆ ਵਪਾਰ ਹੈ। ਜੰਤਰ ਵਿਦਿਆ ਕਹਿੰਦੇ ਨੇ, ਕਿਸੇ ਪੱਤਰ 'ਤੇ ਕੁਝ ਲਿਖ ਕੇ ਦੇਤਾ, ਫਿਰ ਉਹਨੂੰ ਕਹਿਣਾ ਇਹਨੂੰ ਮੜਾ ਲੈ ਚਾਂਦੀ ਦੇ ਤਵੀਤ 'ਚ ਜਾਂ ਲੋਹੇ ਦੇ ਜਾਂ ਸੋਨੇ 'ਚ। ਮੰਤਰ ਵਿਦਿਆ ਕਹਿੰਦੇ ਨੇ ਪੜ੍ਹਨ ਵਾਸਤੇ ਕੋਈ ਸ਼ਬਦ ਜਾਂ ਅੱਖਰ ਦੇਣਾ। ਤੰਤਰ ਵਿਦਿਆ ਕਹਿੰਦੇ ਨੇ ਜਿਹਨੂੰ ਟੂਣਾ ਟਾਮਣ ਕਰਨਾ, ਕਹਿੰਦੇ ਨਾਰੀਅਲ ਹੈ, ਸੰਧੂਰ ਹੈ। ਹੁਣ ਆਪਾਂ ਜਿਹੜੇ ਲੋਕ ਆਪਾਂ ਵਿਵੇਕੀ ਹਾਂ, ਕਦੀ ਕਿਸੇ ਨੂੰ ਨਾਰੀਅਲ ਤੋਂ, ਦੁਕਾਨਦਾਰ ਨੂੰ ਡਰ ਆਇਆ ਵੀ ਮੈਨੂੰ ਨਾਰੀਅਲ ਤੋਂ ਜਾਂ ਸੰਧੂਰ ਦੀ ਡੱਬੀ ਤੋਂ ਜਾਂ ਲਾਲ ਕੱਪੜੇ ਤੋਂ ਡਰ ਆਉਂਦਾ? ਜਦੋਂ ਇਹ ਚੀਜ਼ਾਂ ਕਿਰਾਏ ਵਿੱਚ ਲੋਕ ਸੱਟ ਦਿੰਦੇ ਨੇ, ਤੇ ਬਾਣੀਆਂ ਵੀ ਡਰਦਾ, ਖਰੀਦਣ ਵਾਲਾ ਵੀ ਡਰਦਾ, ਪਿੰਡ ਵਾਲੇ ਵੀ ਡਰਦੇ, ਸ਼ਹਿਰ ਵਾਲੇ ਡਰਦੇ ਜੀ ਅੱਜ ਕਿਸੇ ਨੇ ਟੂਣਾ ਕਰਤਾ। ਕਿਉਂਕਿ ਸਾਡੇ ਸੱਭਿਆਚਾਰ ਵਿੱਚ ਇਹ ਜਿਹੜਾ ਅੰਧ ਵਿਸ਼ਵਾਸ ਪੀੜ੍ਹੀ ਦਰ ਪੀੜ੍ਹੀ ਤੁਰਿਆ ਹੁੰਦਾ। ਔਰ ਖਾਸ ਕਰਕੇ ਗੁਰਬਾਣੀ ਵਿੱਚ ਔਰ ਦਸਮ ਪਾਤਸ਼ਾਹ ਜੀ ਨੇ ਬਹੁਤ ਵਾਰ ਇਹਨਾਂ ਨੂੰ ਵਾਰ-ਵਾਰ ਰੱਦ ਕੀਤਾ, ਕਿਉਂਕਿ ਸਾਡੀ ਅੰਮ੍ਰਿਤ ਵੇਲੇ ਦੀ ਬਾਣੀ ਜਾਪ ਸਾਹਿਬ, ਉਹਦੇ ਵਿੱਚ ਆਉਂਦਾ ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰ। ਇਸ ਜਿਹੜਾ ਤੇਰਾ ਰੱਬ ਪ੍ਰਭੂ ਦਾ ਜਿਹੜੇ ਨਾਮ ਹੈ, ਜਿਹੜੀ ਬਾਣੀ, ਜਿਹੜਾ ਸ਼ਬਦ ਹੈ, ਜੰਤਰਾਂ ਮੰਤਰਾਂ ਤੰਤਰਾਂ ਤੋਂ ਸਰਮੌਰ ਆ, ਤਾਂ ਕਿ ਸਮਾਜ ਜਾਗਰਤ ਹੋ ਸਕੇ। ਦੂਸਰਾ, ਬਹੁਤ ਕੁਝ ਜਿਹੜਾ ਹੈ ਇਹ ਪੀੜ੍ਹੀ ਦਰ ਪੀੜ੍ਹੀ ਹੁੰਦਾ। ਜਿਹਨੂੰ ਸਾਰ ਕਿਤਾਵਲੀ ਗ੍ਰੰਥ ਨਾ, ਵਿਦਾਂਤ ਦੇ ਛੋਟੇ ਛੋਟੇ ਗ੍ਰੰਥ ਨੇ, ਉਹਦੇ ਵਿੱਚ ਹੈਗਾ ਜਗਤ ਕੀ ਭੇਡਾ ਚਾਲ ਚਲਤੇ ਕੇ ਪਿੱਛੇ ਚਲੇ। ਬਹੁਤੀ ਦੁਨੀਆ ਜੋ ਪੀੜ੍ਹੀ ਦਰ ਪੀੜ੍ਹੀ ਹੋ ਰਿਹਾ ਉਹਦੇ ਅਨੁਸਾਰ ਚੱਲੀ ਜਾਂਦੀ ਹੈ।
ਇੱਕ ਬੜੀ ਰੌਚਕ ਜੀ ਕਥਾ ਹੈ। ਸਰਾਧਾਂ ਦੇ ਦਿਨਾਂ 'ਚ ਸਰਾਧ ਮੋਇਆਂ ਪਿੱਤਰਾਂ ਦੀ ਯਾਦ ਵਿੱਚ ਲੋਕ ਨਾ ਖੀਰ ਕੜਾ ਖਾਂਦੇ ਨੇ, ਕਿ ਉਹ ਸਨਾਤਨਵਾਦ ਦੇ ਵਿੱਚ ਮੰਨੇ ਜਾਂਦੇ ਨੇ। ਗੁਰੂ ਸਾਹਿਬਾਂ ਨੇ ਨਹੀਂ ਮੰਨੇ, ਕਹਿੰਦੇ ਕਿ ਇਹ ਆਤਮਾ ਦੀ ਖੁਰਾਕ ਨਹੀਂ ਹੈ ਖੀਰ ਕੜਾ, ਇਹ ਸਰੀਰ ਦੀ ਖੁਰਾਕ ਆ। ਤੇ ਸਰੀਰ ਤੇ ਜਲ ਗਿਆ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ। ਇਸ ਤੋਂ ਵੀ ਅੱਗੇ ਬਹੁਤ ਸਾਰਿਆਂ ਦੇ ਦਾਦੇ ਨਾਨੇ ਸ਼ੂਗਰ ਰੋਗ ਨਾਲ ਮਰੇ ਨੇ। ਮੈਂ ਕਹਿੰਦਾ ਉਹਨਾਂ ਨੂੰ ਖੰਡ ਘਿਓ ਜਾਂ ਲੱਡੂ ਜਲੇਬੀਆਂ ਖਵਾਉਣੇ ਪੁੰਨ ਕੇ ਪਾਪ ਹੈ। ਜਿਹਨੂੰ ਜਿਉਂਦੇ ਨੂੰ ਖੰਡ ਵਰਜ ਦਿੱਤੀ, ਉਹਦੇ ਮਰੇ ਦੇ ਸਰਾਧ ਵਿੱਚ ਖੰਡ ਖਵਾ ਕੇ ਤੁਸੀਂ ਪੁੰਨ ਕਰਦੇ ਹੋ ਕਿ ਪਾਪ ਕਰਦੇ ਹੋ? ਇਹ ਗੁਰੂ ਕੋਲ ਪੁੱਛੋ ਜਾਂ ਆਪਣੇ ਕੋਲੋਂ ਪੁੱਛੋ। ਮਤਲਬ ਇਹ ਜਿਹੜੀ ਸੁਚੇਤਤਾ ਹੈ, ਇਹ ਇਲਮ ਤੋਂ ਅੱਗੇ ਅਕਲ ਦੇ ਵਿੱਚੋਂ ਆਉਂਦੀ ਹੈ। ਜਦੋਂ ਮਨੁੱਖ ਕੁਐਸਚਨ ਪੁੱਟ ਕਰਦਾ ਵਿਵੇਕਤਾ ਦੇ ਨਾਲ। ਇੱਕ ਜੱਟ ਚਲਾ ਗਿਆ ਪੰਡਿਤ ਜੀ ਕੋਲੇ, ਕਹਿੰਦਾ ਮੈਂ ਵੀ ਆਪਣੇ ਪਿਓ ਦਾ ਸਰਾਧ ਕਰਨਾ। ਤੇ ਪੰਡਿਤ ਜੀ ਨੇ ਕਿੰਨਾ ਸਾਰਾ ਰਸਦ ਪਾਣੀ ਲਿਖਾਤਾ, ਖੀਰ ਕੜਾਹ ਵਿੱਚ, ਧੋਤੀ ਦਾ ਕੱਪੜਾ ਵਿੱਚ, ਭੇਟਾ। ਜੱਟ ਮੁੱਕਰ ਗਿਆ, ਕਹਿੰਦਾ ਮੈਂ ਨਹੀਂ ਕਰਨਾ ਕੋਨਾ। ਤੇ ਪੰਡਿਤ ਜੀ ਮੇਰੇ ਵਰਗੇ ਵਿਹਲੇ ਬੈਠੇ ਸੀ, ਕਹਿੰਦੇ ਮੁੜਿਆ ਯਾਰ ਇੱਕ ਸਰਾਧਣੀ ਵੀ ਹੁੰਦੀ, ਤੂੰ ਸਰਾਧਣੀ ਕਰ ਲਾ। ਉਹ ਕਹਿੰਦਾ ਵੀ ਉਹਦਾ ਖਰਚਾ, ਕਹਿੰਦਾ ਉਹਦਾ ਖਰਚਾ ਕੁਝ ਵੀ ਨਹੀਂ ਹੈਗਾ, ਤੂੰ ਐਵੇਂ ਪਾਈ ਅੱਗ ਖੀਰ ਬਣਾ ਲਈ, ਅੱਧ ਕੱਪਾ ਕੜਾਹ ਬਣਾ ਲਈ, ਕੁਛ ਦੇਣਾ ਦੇ ਦੀ, ਨਹੀਂ ਦੇਣਾ ਨਾ ਦੇ ਦੀ। ਜੱਟ ਦਾ ਮਨ ਬਣ ਗਿਆ, ਨਾਲੇ ਬਾਪੂ ਖੁਸ਼, ਨਾਲੇ ਪੰਡਿਤ ਜੀ ਖੁਸ਼, ਨਾਲੇ ਘਰ ਵਾਲੇ ਖੁਸ਼ ਹੋ ਜਾਣਗੇ। ਮਿੱਥੇ ਦਿਨ ਤੇ ਪੰਡਿਤ ਜੀ ਨੇ ਜਦੋਂ ਖੀਰ ਕੜਾਹ ਖਾ ਲਿਆ ਨਾ, ਤੇ ਜੱਟ ਕਹਿੰਦਾ ਵੀ ਕੋਈ ਮੰਤਰ ਮੁੰਤਰ ਨਹੀਂ ਪੜ੍ਹਨਾ। ਉਹ ਕਹਿੰਦਾ ਵੀ ਆਪਾਂ ਦੋਵੇਂ ਮੰਤਰ ਪੜ੍ਹਦੇ ਹਾਂ। ਤੇ ਉਹ ਕਹਿੰਦਾ ਵੀ ਮੈਂ ਅਨਪੜ੍ਹ ਬੰਦਾ, ਸਾਡੇ ਘਰ 'ਚ ਤਾਂ ਕਦੀ ਕਿਸੇ ਨੇ ਕੋਈ ਮੰਤਰ ਪੜ੍ਹਿਆ ਨਹੀਂ। ਕਹਿੰਦਾ ਤੂੰ ਨਕਲ ਹੀ ਮਾਰਨੀ। ਆਪਾਂ ਕਹਿੰਦੇ ਨਕਲ ਨੇ ਮਤਲਬ ਮਨੁੱਖ ਦੀ ਅਕਲ ਖਰਾਬ ਕਰਤੀ। ਨਕਲ ਕੇਵਲ ਤੋਤੇ ਰੱਟ ਹੁੰਦੀ ਆ, ਅੱਗੇ ਅੱਗੇ ਬੋਲੀ ਜਾਓ, ਪਿੱਛੇ ਪਿੱਛੇ ਬੋਲੀ ਜਾਓ। ਗੰਗਾ ਰਾਮ ਚੂਰੀ ਖਾਣੀ ਆ, ਕਹਿੰਦਾ ਖਾਣੀ ਆ। ਪੈਰਾਂ 'ਚ ਕਿਲੋ ਚੂਰੀ ਪਈ ਹੋਵੇ, ਫਿਰ ਪੁੱਛੋ ਗੰਗਾ ਰਾਮ ਚੂਰੀ ਖਾਣੀ ਆ, ਕਹਿੰਦਾ ਖਾਣੀ ਆ। ਉਹ ਬੇਵਕੂਫਾ ਜਿਹੜੀ ਪੈਰਾਂ 'ਚ ਪਈ ਉਹ ਕਿਉਂ ਨਹੀਂ ਖਾਂਦਾ? ਕਿਉਂਕਿ ਉਹਨੂੰ ਪਤਾ ਹੀ ਨਹੀਂ ਹੈਗਾ, ਉਹਨੂੰ ਨਹੀਂ ਖਾਣੀ, ਕਿਸੇ ਨੇ ਸਿਖਾਈ ਨਹੀਂ, ਉਹਨੂੰ ਕੇਵਲ ਰੱਟਾ ਲੱਗਾ ਹੋਇਆ, ਇੰਨਾ ਕੁ ਰੱਟਾ ਲੱਗਾ ਹੋਇਆ। ਇਸ ਤੋਂ ਅੱਗੇ ਉਹਦੀ ਅਕਲ ਕੰਮ ਹੀ ਨਹੀਂ ਕਰਦੀ। ਇਹਨੂੰ ਅਸੀਂ ਕਹਿੰਦੇ ਤੋਤੇ ਰੱਟ। ਤੋਤੇ ਰੱਟ 'ਚ ਗਿਆਨ ਨਹੀਂ ਹੁੰਦਾ, ਰੱਟਾ ਹੁੰਦਾ। ਚਲੋ ਦੋਵੇਂ ਜਾਣੇ ਚੌਕੜੀ ਮਾਰ ਕੇ ਬੈਠ ਗਏ। ਪੰਡਿਤ ਜੀ ਕਹਿੰਦੇ ਬੋਲ ਜੱਟਾ ਮਿਸ਼ਟਾਦਾਨ ਸਵਾਹਾ। ਜੱਟ ਕਹਿੰਦਾ ਬੋਲ ਜੱਟਾ ਮਿਸ਼ਟਾਦਾਨ ਸਵਾਹਾ। ਉਹ ਪੰਡਿਤ ਕਹਿੰਦੇ ਭਲਿਆ ਮਾਨਸਾ ਤੂੰ ਬੋਲ ਜੱਟਾ ਨਹੀਂ ਕਹਿਣਾ। ਉਹ ਜੱਟ ਕਹਿੰਦਾ ਓਏ ਭਲਿਆ ਮਾਨਸਾ ਤੂੰ ਬੋਲ ਜੱਟਾ ਨਹੀਂ ਕਹਿਣਾ। ਪੰਡਿਤ ਜੀ ਕਹਿੰਦੇ ਤੂੰ ਬੇਵਕੂਫ ਹੈ। ਜੱਟ ਕਹਿੰਦਾ ਤੂੰ ਬੇਵਕੂਫ ਹੈ। ਪੰਡਿਤ ਜੀ ਨੂੰ ਗੁੱਸਾ ਚੜਿਆ, ਉਹਨੇ ਘਸੁੰਨ ਮਾਰਤਾ। ਜੱਟ ਨੇ ਸੋਚਿਆ ਹੁਣ ਮੇਰੀ ਵਾਰੀ ਆ, ਉਹਨੇ ਵੀ ਤਾੜ ਕਰਦਾ, ਘਸੁੰਨ ਮਾਰਤਾ। ਪੰਡਿਤ ਜੀ ਨੇ ਗੁੱਸੇ 'ਚ ਜੱਟ ਢਾਲਿਆ, ਹਿੱਕ ਤੇ ਬਹਿ ਕੇ 5-7 ਹੂਰੇ ਮਾਰੇ। ਜਦੋਂ ਪੰਡਿਤ ਜੀ ਥੱਕ ਗਏ, ਜੱਟ ਨੇ ਸੋਚਿਆ ਹੁਣ ਮੇਰੀ ਵਾਰੀ ਆ, ਉਹਨੇ ਪਲਟੀ ਮਾਰ ਕੇ ਪੰਡਿਤ ਜੀ ਢਾਲੇ। ਉਹਨੇ ਵੀ ਉੱਥੇ ਟਿਕਾ ਕੇ 5-7 ਹੂਰੇ ਮਾਰੇ। ਪੰਡਿਤ ਜੀ ਸਿਆਣੇ ਸੀ, ਉਹ ਕਹਿੰਦੇ ਜੱਟ ਗੁੱਸਾ ਨਹੀਂ ਕਰਦਾ, ਨਕਲ ਕਰਦਾ ਹੈ ਨਾ, ਜੋ ਮੈਂ ਕਰੀ ਜਾਂਦਾ। ਫੇਰ ਸਿਆਣੇ ਸੀ। ਪੰਡਿਤ ਜੀ ਭੁੰਜੇ ਪਏ, ਕਹਿੰਦੇ ਵੀ ਬਸ ਬਸ ਬਸ। ਜੱਟ ਉੱਤੇ ਬੈਠਾ ਕਹਿੰਦਾ ਵੀ ਬਸ ਬਸ ਬਸ। ਦੋਵੇਂ ਜਾਣੇ ਉੱਠ ਕੇ ਖੜੇ ਹੋ ਗਏ। ਪੰਡਿਤ ਜੀ ਵਿਚਾਰਿਆਂ ਕੱਪੜੇ ਕੁੱਪੜੇ ਝਾੜ ਕੇ ਕਹਿੰਦੇ ਹਰੀਓਮ ਹਰੀਓਮ। ਉਹ ਜੱਟ ਕਹਿੰਦਾ ਉਹ ਹਰੀਓਮ ਦੇ ਲੱਗਦੇ ਆ, ਸ਼ੁਕਰ ਕਰ ਇਹ ਤਾਂ ਸਰਾਧ ਨਹੀਂ ਸੀ, ਜੇ ਸਰਾਧ ਹੁੰਦਾ ਅੱਜ ਕਤਲ ਹੋ ਜਾਣਾ ਹੈ। ਇਹ ਜਿਹੜਾ ਭਾਰਤ ਦੇਸ਼ ਹੈ, ਇਹ ਜਿਹੜਾ ਕਲਚਰ ਹੈ, ਇਹ ਹੈਗਾ ਭੇਡ ਚਾਲ। ਭੇਡ ਚਾਲ 'ਚੋਂ ਵਿਦਿਆਰਥੀ ਨੂੰ ਕਿਵੇਂ ਕੱਢਣਾ? ਮਤਲਬ ਵਿਦਿਆਰਥੀ ਦਾ ਜਿਹੜਾ ਚਾਰ ਚੁਫੇਰਾ ਹੈਗਾ, ਉਹਦੇ ਵਿੱਚ ਅੰਧ ਵਿਸ਼ਵਾਸ ਫੈਲਿਆ ਹੋਇਆ, ਉਹਦੇ ਵਿੱਚ ਨਕਲ ਫੈਲੀ ਹੋਈ ਹੈ, ਉਹ ਮਾਨਸਿਕ ਤੌਰ 'ਤੇ ਪਰੇਸ਼ਾਨੀਆਂ ਫੈਲੀਆਂ ਹੋਈਆਂ। ਉਹਦੇ ਵਿੱਚੋਂ ਉਹਨੂੰ ਆਪਾਂ ਸੁਚੇਤ ਕਰ ਸਕਦੇ ਹਾਂ। ਸੁਚੇਤ ਹਮੇਸ਼ਾ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਮਨ ਹਮੇਸ਼ਾ ਗਿਆਨ ਦਾ ਬੱਧਾ ਰਹਿੰਦਾ ਹੈ। ਗਿਆਨ ਕਿਸੇ ਪਾਸ ਕਿੰਨਾ ਹੈ? ਮੈਂ ਆਮ ਤੌਰ 'ਤੇ 16 ਕਲਾਮਾਂ 'ਤੇ ਲਿਖਦਾ ਵੀ ਹੁੰਦਾ। ਸੰਪੂਰਨ ਮਨੁੱਖ ਦੀ ਸ਼ਖਸੀਅਤ ਵਿੱਚ 16 ਕਲਾਮਾਂ ਦਾ ਜ਼ਿਕਰ ਹੈ ਕਿ ਸੰਪੂਰਨ ਮਨੁੱਖ ਹੁੰਦਾ ਜਦੋਂ ਉਹਦੇ 'ਚ ਇਹ 16 ਸ਼ਕਤੀਆਂ ਹੁੰਦੀਆਂ ਨੇ। ਕਲਾ ਮੀਨ ਸ਼ਕਤੀ। ਗਿਆਨ ਵੀ ਇੱਕ ਕਲਾ ਹੈ, ਧਿਆਨ ਵੀ ਇੱਕ ਕਲਾ ਹੈ। ਗਿਆਨ ਵੀ ਇੱਕ ਸ਼ਕਤੀ ਹੈ, ਪਰ ਗਿਆਨ ਉੱਥੋਂ ਤੱਕ ਹੁੰਦਾ ਜਿੱਥੋਂ ਤੱਕ ਤੁਹਾਡਾ ਧਿਆਨ ਆ। ਜਿੰਨਾ ਧਿਆਨ ਡੂੰਘਾ ਹੋਏਗਾ। ਸਰਦਾਰ ਹਰਦੇਵ ਸਿੰਘ ਜੀ ਬੈਠੇ ਨੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਪੋਰਟਰੇਟ ਬਾਰੇ ਗੱਲ ਕਰ ਰਹੇ ਸੀ। ਉਹਨਾਂ ਦਾ ਧਿਆਨ ਡੂੰਘਾ, ਪਰ ਆਮ ਪਬਲਿਕ ਦੇ ਖੇਤਰ ਵਿੱਚ ਨਹੀਂ ਆਏਗਾ। ਪਰ ਜਦੋਂ ਉਹ ਡੂੰਘੇ ਧਿਆਨ ਨਾਲ ਸਮਾਜ ਨੂੰ ਸਮਝਾਉਣਗੇ, ਸਮਾਜ ਦਾ ਗਿਆਨ ਹੋਰ ਵਧੇਗਾ। ਹੱਠ ਵੀ ਕਲਾ, ਜਤ ਵੀ ਕਲਾ, ਸਤ ਵੀ ਕਲਾ, ਪ੍ਰੇਮ ਵੀ ਕਲਾ, ਅਧਿਆਤਮ ਵੀ ਕਲਾ। ਅਧਿਆਤਮ ਦਾ ਆਪਣੀ ਆਤਮਾ ਬਾਰੇ ਜਾਣਨਾ, ਜਿਹਨੂੰ ਅਸੀਂ ਸਵੈ ਚੇਤਨਾ ਕਹਿੰਦੇ ਹਾਂ। ਗੁਰੂ ਸਾਹਿਬ ਕਹਿੰਦੇ ਅਧਿਆਤਮ ਕਰਮ ਕਰੇ ਤਾਂ ਸੱਚਾ। ਵੀ ਜਿਹੜਾ ਅਧਿਆਤਮ ਕਰਨ ਆਦਿ ਆਤਮਾ ਦੇ ਨਾਲ, ਸਵੈ ਚੇਤਨਾ ਦੇ ਨਾਲ ਕਰਦਾ, ਮੈਂ ਸੱਚਾ ਉਹਨੂੰ ਗਿਣਦਾ। ਇਸ ਕਰਕੇ ਸਵੈ ਬਾਰੇ ਮਨੁੱਖ ਦਾ ਜਾਣਨਾ। ਫਿਰ ਨਿਮਰਤਾ ਵੀ ਕਲਾ, ਪ੍ਰੇਮ ਵੀ ਕਲਾ, ਵਿਦਿਆ ਇੱਕ ਕਲਾ ਹੈ, ਅਕਲ ਵੀ ਇੱਕ ਕਲਾ ਹੈ। ਅਕਲ ਮੀਨ ਸਿਆਣਪ।
ਅਕਲ ਨੂੰ ਵੀ ਕਲਾ ਗਿਣਿਆ ਗਿਆ। ਵਿਦਿਆ ਵੀ ਇੱਕ ਕਲਾ ਹੈ, ਸੰਪੂਰਨ ਨਹੀਂ ਹੈ। ਕਈ ਵਾਰੀ ਹੁੰਦਾ ਕਿ ਵਿਦਿਆ ਪਾ ਕੇ ਵੀ ਮਨੁੱਖ ਡਿਗਰੀ ਹੁੰਦੀ ਹੈ, ਇਲਮ ਹੁੰਦਾ ਹੈ, ਸਮਾਜ ਵਿੱਚ ਉਹਦੀ ਕੋਈ ਬਹੁਤ ਵੱਡੀ ਨਾ ਪਕੜ ਹੁੰਦੀ ਹੈ, ਨਾ ਅਧਿਐਨ ਹੁੰਦਾ, ਨਾ ਸਮਾਜ ਬਾਰੇ ਸਮਝਦਾ, ਬਸ ਆਪਣੇ ਤੱਕ ਸੀਮਾ ਤੱਕ ਹੁੰਦਾ ਹੈ। ਪਰ ਵਿਦਿਆ ਦਾ ਫੇਰ ਅੱਗੇ ਬਹੁਤ ਵੱਡਾ ਪਸਾਰਾ ਹੈ। ਮਤਲਬ ਇਹ ਜਿਹੜੀਆਂ ਕਲਾਵਾਂ ਨੇ, ਜਿਹੜੀਆਂ ਸ਼ਕਤੀਆਂ ਨੇ, ਕਿ ਮਨੁੱਖ ਸੰਪੂਰਨ ਹੋਣ ਤੱਕ ਗਿਆਨ ਦੀ ਪ੍ਰਾਪਤੀ ਵਾਸਤੇ ਚੱਲਦਾ, ਕਿਉਂਕਿ ਗਿਆਨ ਦੀ ਕੋਈ ਸੀਮਾ ਨਹੀਂ ਹੈ। ਇਹ ਅਥਾਹ ਸਮੁੰਦਰ ਹੈ। ਮੌਤ ਵੀ ਇੱਕ ਗਿਆਨ ਹੈ। ਜਦੋਂ ਆਏਗੀ ਤਾਂ ਬੰਦੇ ਨੂੰ ਗਿਆਨ ਹੋਏਗਾ ਨਾ, ਉਸ ਤੋਂ ਪਹਿਲਾਂ ਤਾਂ ਕਲਪਨਾ ਕੀਤੀ ਜਾ ਸਕਦੀ ਹੈ। ਮਤਲਬ ਗਿਆਨ ਅੰਤਲੇ ਸਾਹ ਤੱਕ ਸਹਿਜ ਪ੍ਰਕਿਰਿਆ ਹੈਗੀ ਹੈ। ਖੈਰ, ਇਹ ਜਿਹੜਾ ਆਪਣੀ ਜ਼ਿੰਮੇਵਾਰੀ ਆ, ਠੀਕ ਆ, ਕਈ ਤਰ੍ਹਾਂ ਦੀਆਂ ਸਾਡੀਆਂ ਅਧਿਆਪਕਾਂ ਦੀਆਂ ਵੀ ਸਮੱਸਿਆਵਾਂ ਹੁੰਦੀਆਂ, ਪਰ ਫਿਰ ਵੀ ਮੈਂ ਕਹਿੰਦਾ ਕਿ ਸਾਡੇ ਹੱਥ ਵਿੱਚ ਇਹ ਨਹੀਂ ਹੁੰਦਾ ਕਿ ਅਸੀਂ ਸਾਰੇ ਸਮਾਜ ਦਾ ਹੀ ਕੂੜਾ ਹੂੰਝ ਸਕਦੇ ਹਾਂ। ਪਰ ਜਿੱਥੇ ਜਿੱਥੇ ਸਾਡਾ ਪ੍ਰਭਾਵ ਹੈ, 100 200 400 ਜਿੱਥੇ ਸਾਡੇ ਪਾਸ ਵਿਦਿਆਰਥੀ ਨੇ, ਜਾਂ 40 50 ਸਾਡੇ ਸੈਕਸ਼ਨ ਵਿੱਚ ਆਉਂਦੇ ਨੇ, ਅਗਰ ਉਹਨਾਂ ਵਿੱਚੋਂ ਅਸੀਂ ਓਨਿਆਂ ਨੂੰ ਹੀ ਸੁਚੇਤ ਕਰਦੇ ਹਾਂ, ਇਹ ਕੋਈ ਥੋੜ੍ਹਾ ਨਹੀਂ ਹੁੰਦਾ। ਮਤਲਬ ਉਹਨਾਂ ਦੀ ਘਾੜਤ ਦੇ ਵਿੱਚ, ਕਿਉਂਕਿ ਬਹੁਤ ਕੁਝ ਤੇ ਮਨੁੱਖ ਘਰਾਂ ਘੁਰਾਂ ਤੋਂ ਪੜ੍ਹ ਵੀ ਲੈਂਦਾ, ਕਰ ਵੀ ਲੈਂਦਾ, ਪਰ ਕੁਝ ਜਿਹੜੀਆਂ ਪ੍ਰੈਕਟੀਕਲ ਜਿਹੜੀਆਂ ਗੱਲਾਂ ਹੁੰਦੀਆਂ ਨੇ ਨਾ, ਜਿਹੜੀਆਂ ਸਿਲੇਬਸ ਤੋਂ ਵੀ ਬਾਹਰ ਹੁੰਦੀਆਂ ਨੇ, ਉਹ ਖਾਸ ਕਰਕੇ ਹਰ ਵਿਦਿਆਰਥੀ ਨੂੰ ਕਾਲਜ ਯੂਨੀਵਰਸਿਟੀ ਲੈਵਲ 'ਤੇ ਯਾਦ ਰਹਿੰਦੀਆਂ ਨੇ। ਪ੍ਰਿੰਸੀਪਲ ਸੁਜਾਨ ਸਿੰਘ ਹੋਣੀ ਕਹਿੰਦੇ ਹੁੰਦੇ ਸਨ ਵੀ ਕੁਝ ਤੇ ਤੁਸੀਂ ਗਾਈਡਾਂ 'ਚੋਂ ਵੀ ਪੜ੍ਹ ਲੈਣਾ, ਪਰ ਜਿਹੜੀਆਂ ਗੱਲਾਂ ਮੈਂ ਐਕਸਟਰਾ ਤੁਹਾਡੇ ਨਾਲ ਕਰਾਂਗਾ ਉਹ ਤੁਹਾਨੂੰ ਸਾਰੀ ਉਮਰ ਯਾਦ ਰਹਿਣਗੀਆਂ। ਇਸ ਕਰਕੇ ਅਧਿਆਪਕ ਕੋਲੇ ਬਹੁਤ ਕੁਝ ਐਕਸਟਰਾ ਉਹ ਵੀ ਹੁੰਦਾ ਜਾਂ ਹੋਣਾ ਚਾਹੀਦਾ ਜੀ। ਆਮ ਤੌਰ 'ਤੇ ਪੰਜਾਬੀ ਬੰਦੇ ਨਾ ਕੁਝ ਕਲਾਸਾਂ ਕਰਕੇ ਪੜ੍ਹਨਾ ਛੱਡ ਦਿੰਦੇ ਨੇ। BA BEd ਕੀਤੀ ਜਾਂ MA BEd ਕੀਤੀ ਜਾਂ 2 MA ਕਰ ਲਈਆਂ ਜਾਂ PhD ਕਰ ਲਈ, ਉਹਨਾਂ ਸਮਝ ਲਿਆ ਵੀ ਹੁਣ ਵਿਦਿਆ ਖਤਮ ਹੋ ਗਈ ਆ। ਦਰਅਸਲ ਡਾਕਟਰੇਟ ਕਰਕੇ ਵੀ ਵਿਦਿਆ ਫੇਰ ਸ਼ੁਰੂ ਹੁੰਦੀ ਆ ਜਦੋਂ ਮਨੁੱਖ ਨੂੰ ਪੜ੍ਹਨ ਦਾ ਸਵਾਦ ਜਿਹਾ ਆਉਂਦਾ ਜਾਂ ਚੱਜ ਜਿਹਾ ਆਉਂਦਾ ਪੜ੍ਹਨ ਦਾ। ਮਤਲਬ ਅਧਿਆਪਕ ਤੇ ਰੋਜ਼ਾਨਾ ਹੀ ਵਿਦਿਆਰਥੀ ਹੁੰਦਾ। ਤੇ ਖਾਸ ਕਰਕੇ ਮੈਂ ਤੇ ਬੱਚਿਆਂ ਨੂੰ ਕਹਿੰਦਾ ਨਾ ਵੀ ਮੈਂ ਹੁਣ ਇੱਕ ਚੰਗਾ ਵਿਦਿਆਰਥੀ ਹਾਂ। ਤੇ ਬੱਚੇ ਕਈ ਵਾਰੀ ਹੱਸ ਪੈਂਦੇ ਨੇ ਵੀ ਤੁਸੀਂ ਤੇ ਹੁਣ 50 52 ਸਾਲਾਂ ਦੇ ਹੋ ਗਏ, ਹੁਣ ਤੁਸੀਂ ਚੰਗੇ ਵਿਦਿਆਰਥੀ ਹੋ। ਮੈਂ ਕਿਹਾ ਮੈਂ ਤਾਂ ਹੀ ਚੰਗਾ ਸ਼ਬਦ ਨਾਲ ਜੋੜਿਆ। ਪਹਿਲਾਂ ਮੈਂ ਵਿਦਿਆਰਥੀ ਸੀ, ਹੁਣ ਮੈਂ ਚੰਗਾ ਵਿਦਿਆਰਥੀ ਹਾਂ। ਮਤਲਬ ਹੁਣ ਸਾਨੂੰ ਜਾਂਚ ਆ ਗਈ ਵੀ ਕੀ ਪੜ੍ਹਨਾ, ਕਿਵੇਂ ਯਾਦ ਕਰਨਾ, ਕੀ ਸਾਡੇ ਕੋਲੇ ਘਾਟ ਹੈ, ਸਾਡੇ 'ਚ ਕਮੀਆਂ ਕੀ ਨੇ। ਉਹ ਇੱਕ ਸਮੇਂ 'ਤੇ ਜਾ ਕੇ ਮਨੁੱਖ ਨੂੰ ਗਿਆਨ ਹੁੰਦਾ। ਤੁਹਾਡੇ 'ਚ ਵਿਦਿਆਰਥੀ ਵੀ ਨੇ, ਅਧਿਆਪਕ ਵੀ ਨੇ। ਅਤੇ ਮੇਰਾ ਖਿਆਲ ਸਾਨੂੰ ਜਿਹੜੀ ਸਵੈ ਚੇਤਨ ਕਿ ਅਸੀਂ ਆਪਣੇ ਕਮੀ ਬਾਰੇ ਹਰ ਬੰਦਾ ਜਾਣਦਾ। ਮੈਂ ਆਪਣੀਆਂ ਕਮੀਆਂ ਬਾਰੇ, ਆਪਣੇ ਬਾਰੇ ਖੁਦ ਜ਼ਿਆਦਾ ਜਾਣਦਾ। ਉਹਨਾਂ ਕਮੀਆਂ ਨੂੰ ਪੂਰਾ ਕਰਨਾ। ਉਹ ਸ਼ੇਖ ਸਾਦੀ ਨੇ ਇੱਕ ਥਾਂ 'ਤੇ ਲਿਖਿਆ ਵੀ ਕਿਸੇ ਨੇ ਇੱਕ ਸ਼ਖਸ ਦਾ ਨਾਂ ਆਉਂਦਾ ਵੀ ਤੂੰ ਇੰਨਾ ਮਤਲਬ ਗਿਆਨਵਾਨ ਕਿਵੇਂ ਹੋਇਆ। ਅਤੇ ਉਹ ਕਹਿੰਦਾ ਵੀ ਜਿਹੜੀ ਗੱਲ ਮੈਨੂੰ ਨਹੀਂ ਸੀ ਆਉਂਦੀ ਤਾਂ ਮੈਂ ਪੁੱਛਣ ਵਿੱਚ ਗਰੇਜ ਨਹੀਂ ਕੀਤਾ। ਕਿਸੇ ਸਿਆਣੇ ਕੋਲੋਂ, ਆਲਮ ਫਾਜ਼ਲ ਕੋਲੋਂ ਉਸ ਗੱਲ ਦੇ ਪੁੱਛਣ ਵਿੱਚ ਜਾਂ ਕੁਐਸਚਨ ਪੁੱਟ ਕਰਨ ਵਿੱਚ ਗਰੇਜ ਨਹੀਂ ਕੀਤਾ। ਉਂਝ ਉਹਨਾਂ ਦੀ ਇੱਕ ਹੋਰ ਬੜੀ ਪਿਆਰੀ ਕੋਟੇਸ਼ਨ ਆ ਵੀ ਇੰਨਾ ਗਿਆਨ ਕਿੱਥੋਂ ਸਿੱਖਿਆ। ਉਹ ਕਹਿੰਦਾ ਨੇਤਰਹੀਣਾ ਕੋਲੋਂ। ਕਹਿੰਦਾ ਉਹ ਕਿਵੇਂ? ਉਹ ਕਹਿੰਦਾ ਜਿੰਨਾ ਚਿਰ ਧਰਤੀ ਮਾਪ ਨਹੀਂ ਲੈਂਦੇ ਉਹਨਾਂ ਚਿਰ ਕਦਮ ਨਹੀਂ ਪੁੱਟਦੇ। ਕਦੀ ਨੇਤਰਹੀਣ ਤੁਸੀਂ ਡਿੱਗਿਆ ਨਹੀਂ ਵੇਖੋਗੇ, ਸਜਾਖੇ ਤੁਸੀਂ ਸਾਰੇ ਪੰਜਾਬ ਵਿੱਚ ਡਿੱਗੇ ਹੀ ਵੇਖੋਗੇ। ਕੋਈ ਰਿਕਸ਼ਾ ਮਾਰੀ ਬੈਠਾ, ਕੋਈ ਟਰੱਕ ਮਾਰੀ ਬੈਠਾ, ਕੋਈ ਬੱਸ ਮਾਰੀ ਬੈਠਾ, ਕੋਈ ਊਂ ਹੀ ਇਕੱਲਾ ਹੀ ਸੜਕ 'ਤੇ ਡਿੱਗਿਆ ਪਿਆ। ਨੇਤਰਹੀਣ ਵਿਦਿਆਲਿਆਂ 'ਚ ਅਸੀਂ ਕੀਰਤਨ ਸਿੱਖਣ ਜਾਂਦੇ ਸਾਂ, ਕਦੀ ਵੀ ਕੋਈ ਨੇਤਰਹੀਣ ਡਿੱਗਿਆ ਨਹੀਂ ਦੇਖੋਗੇ, ਕਿਉਂਕਿ ਉਹ ਧਰਤੀ ਮਾਪ ਕੇ ਚੱਲਦੇ ਨੇ। ਅਸੀਂ ਜਿਹੜੇ ਸਜਾਖੇ ਹਾਂ, ਅਸੀਂ ਕਹਿੰਦੇ ਕਿਸੇ ਨਾ ਕਿਸੇ ਚਾਕੀ ਲੈਣਾ, ਡਿੱਗਣਾ ਤੇ ਡਿੱਗ ਪਓ। ਮਤਲਬ ਸਾਡੀ ਸੁਚੇਤਤਾ ਇੰਨੀ ਸਜਾਖਿਆਂ ਦੀ ਨਹੀਂ ਹੈਗੀ। ਇਸ ਕਰਕੇ ਜਿਹੜਾ ਸਜਾਖਾਪਣ ਇਹ ਗਿਆਨ ਹੈ ਕਿ ਰਸਤੇ ਵਿੱਚ ਬਹੁਤ ਕੁਝ ਸਮਾਜ ਵਿੱਚ, ਸੰਸਾਰ ਵਿੱਚ, ਲੋਕਾਂ ਵਿੱਚ ਬੁਰਾਈਆਂ ਵੀ ਨੇ, ਔਗਣ ਵੀ ਨੇ। ਗੁਣਾਂ ਦੀ ਸਾਂਝ ਕਰਕੇ ਅਤੇ ਜਦ ਅਸੀਂ ਉਸ ਵਰਗ ਨੂੰ ਸੁਚੇਤ ਕਰਾਂਗੇ ਤਾਂ ਮੇਰਾ ਖਿਆਲ ਜ਼ਰੂਰ ਸਾਡੀ ਫਤਿਹ ਹੋਏਗੀ। ਮੈਂ ਇੱਕ ਗੱਲ ਕਰਕੇ ਸਮਾਪਤੀ ਕਰਦਾ, ਮੇਰਾ ਟਾਈਮ ਹੋ ਚੱਲਿਆ। ਭੈਣਾਂ ਬੈਠੀਆਂ ਨੇ ਜ਼ਿਆਦਾ। ਮੈਂ ਵੂਮੈਨ ਕਾਲਜ 'ਚ ਸਵਾਲ ਪਾਇਆ, ਮੈਂ ਕਿਹਾ ਬੇਟੇ ਆਲੂ ਮਟਰਾਂ ਦੀ ਸਬਜ਼ੀ ਵਿੱਚ ਅਤੇ ਮਟਰ ਆਲੂਆਂ ਦੀ ਸਬਜ਼ੀ 'ਚ ਕੀ ਫ਼ਰਕ ਹੈ? ਕਹਿੰਦੀਆਂ ਸਰ ਕੋਈ ਵੀ ਨਹੀਂ। ਮੈਂ ਕਿਹਾ ਬਹੁਤ ਵੱਡਾ ਫ਼ਰਕ ਹੈ। ਜਿਹੜੇ ਕਹਿੰਦੇ ਨੇ ਆਲੂ ਮਟਰਾਂ ਦੀ, ਉਹਦਾ ਮਤਲਬ ਆਲੂ ਜ਼ਿਆਦਾ ਨੇ, ਮਟਰ ਥੋੜ੍ਹੇ ਨੇ। ਜਿਹੜੇ ਕਹਿੰਦੇ ਨੇ ਮਟਰ ਆਲੂਆਂ ਦੀ, ਉਹਦਾ ਮਤਲਬ ਮਟਰ ਜ਼ਿਆਦਾ ਨੇ, ਆਲੂ ਥੋੜ੍ਹੇ ਨੇ। ਮਾੜਾ ਆਲੂ 2.5 ਰੁਪਏ ਕਿਲੋ, ਮਟਰ 60 ਰੁਪਏ ਕਿਲੋ, ਕੋਈ ਨਾ ਕੋਈ ਇਹਦਾ ਮਤਲਬ ਹੈ। ਮਤਲਬ ਇਹ ਸਹਿਜ ਭਾਵੀ ਨਹੀਂ ਆ। ਜਿਵੇਂ ਪੰਜਾਬੀ ਰੁੱਖ ਨੂੰ ਅਤੇ ਬਿਰਖ ਨੂੰ ਇੱਕੋ ਸਮਝ ਲੈਂਦੇ ਨੇ। ਰੁੱਖ ਜਵਾਨ ਹੁੰਦਾ, ਬਿਰਖ ਬੁੱਢਾ ਹੁੰਦਾ। ਲਾਉਨੇ ਬੂਟਾ, ਅਸੀਂ ਛੋਟਾ ਜਿਹਾ ਬੂਟਾ ਲਾਉਂਦੇ ਹਾਂ, ਬੂਟਾ ਜਵਾਨ ਹੋਇਆ ਰੁੱਖ ਬਣ ਜਾਂਦਾ, ਰੁੱਖ ਬੁੱਢਾ ਹੋਇਆ ਬਿਰਖ ਹੋ ਜਾਂਦਾ। ਬਾਲ ਜਵਾਨੀ ਬਿਰਧ ਫੁਨ ਤੀਨ ਅਵਸਥਾ ਜਾਣ। ਬਚਪਨ, ਜਵਾਨੀ ਅਤੇ ਬੁਢੇਪਾ ਮਨੁੱਖ ਦੀ ਹੈ, ਉਹਦੀਆਂ 3 ਅਵਸਥਾਵਾਂ ਉਹ ਨੇ। ਪਰ ਅਸੀਂ ਰਲ ਗੱਡ ਸਹਿਜ ਭਾਵੀ ਕਰ ਲੈਂਦੇ ਹਾਂ।
ਮੇਰਾ ਸਵਾਲ ਇਹ ਹੈਗਾ, ਸੜਕ ਵਿੱਚ ਸਪੀਡ ਬ੍ਰੇਕਰ ਹੁੰਦੇ ਆ, ਸਪੀਡ ਬ੍ਰੇਕਰਾਂ 'ਚ ਸੜਕ ਨਹੀਂ ਹੁੰਦੀ। ਪਰ ਜਿਹੜਾ ਭਾਰਤੀ ਕਲਚਰ ਸੀਗਾ, ਪਿਛੋਕੜ ਵਿੱਚ ਤੁਸੀਂ ਦੇਖੋਗੇ, ਇਹਨੇ ਸਪੀਡ ਬ੍ਰੇਕਰਾਂ 'ਚ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। 365 ਦਿਨ ਨੇ ਸਾਲ ਦੇ, ਤੇ 1265 ਤਰ੍ਹਾਂ ਦੇ ਇਹਨਾਂ ਦੇ ਅੰਧ ਵਿਸ਼ਵਾਸ ਨੇ। ਮੰਗਲਵਾਰ ਹੈ, ਵੀਰਵਾਰ ਹੈ, ਸ਼ਨੀਵਾਰ ਹੈ, ਬਿੱਲੀ ਰਾਹ ਕੱਟ ਗਈ, ਕੁੱਤਾ ਕੰਨ ਫਿੱਟ ਗਿਆ, ਲੰਬੜਦਾਰ ਮੱਥੇ ਲੱਗ ਗਿਆ, ਝੋਟਾ ਮੱਥੇ ਲੱਗ ਗਿਆ, ਪੰਚਕਾਂ ਨੇ, ਸਰਾਧ ਨੇ, ਸੂਰਜ ਗ੍ਰਹਿਣ, ਚੰਦਰਮਾ ਗ੍ਰਹਿਣ, ਟੇਵੇ, ਪੱਤਰੀਆਂ, ਮੰਗਲੀਕ, ਕਬਰ ਤੇ ਮੇਲਾ, ਮੜੀ ਤੇ ਮੇਲਾ, ਭੂਤ ਹੈ, ਪ੍ਰੇਤ ਹੈ, ਕਢਾਉਣ ਚੱਲੇ ਆ। ਆਹ ਸਮੱਸਿਆ ਸਾਡੀ। ਮਾਨਸਿਕ ਰੋਗਾਂ ਬਾਰੇ ਡਾਕਟਰ ਦੀਪਤੀ ਜੀ ਹੋਰ ਵਧੀਆ ਤੇ ਮੋਟਾ ਸਾਹਿਬ ਬੜੀ ਡੂੰਘਾਈ ਵਿੱਚ ਚਲੇ ਜਾਂਦੇ ਨੇ। ਮਾਨਸਿਕ ਰੋਗਾਂ ਬਾਰੇ ਹਲੇ ਵੀ ਸਾਡਾ ਅਧਿਐਨ ਬਹੁਤ ਡੂੰਘਾ ਨਹੀਂ ਹੈ। ਅਸੀਂ ਅਜੇ ਵੀ ਟੇਵੇ ਪੱਤਰੀਆਂ 'ਚ ਵਿਸ਼ਵਾਸ ਕਰਦੇ ਹਾਂ। ਮੁੰਡਾ ਮੰਗਲੀਕ ਆ, ਕੁੜੀ ਮੰਗਲੀਕ ਆ, ਰਿਸ਼ਤਾ ਲੱਭਣਾ ਜੀ। ਰਿਸ਼ਤਾ ਕਿੱਥੋਂ ਲੱਭਣਾ? ਉੱਥੋਂ ਲੱਭੂਗਾ ਜਿਹਨੇ ਭਰਮ ਪਾਇਆ ਹੋਇਆ ਹੈ, ਤਾਂ ਭਰਮ ਹੀ ਆ। ਮਤਲਬ ਮੰਗਲੀਕ ਨਾਲ ਨਹੀਂ, ਵਿਚਾਰਾਂ ਨਾਲ ਹੈ। ਆਸ਼ਾ ਇਸ਼ਟ ਉਪਾਸ਼ਨਾ, ਖਾਣ ਪਾਣ ਪਹਿਰਾਣ, ਖਸ਼ਟ ਲੱਛਣ ਜਹ ਰੱਜ ਮਿਲੇ ਤਾਹੇ ਸਮਤਮ ਜਾਣ। ਕਹਿੰਦੇ ਪਤੀ ਪਤਨੀ ਦਾ ਆਸ਼ਾ ਇੱਕ ਹੋਵੇ, ਇਸ਼ਟ ਇੱਕ ਹੋਵੇ, ਉਪਾਸ਼ਨਾ ਇੱਕ ਹੋਵੇ, ਖਾਣਾ ਪੀਣਾ ਇੱਕ ਹੋਵੇ, ਪਹਿਰਣਾ ਇੱਕ ਦੂਜੇ ਦੇ ਅਨੁਸਾਰੀ ਹੋਵੇ। 6 ਲੱਛਣ ਮਿਲਦੇ ਹੋਣ ਤੇ ਜੀਵਨ ਸਫਲ ਹੈ। ਤੇ ਜੋ ਸਮੈਕ ਪੀ ਕੇ ਆ ਜੇ ਉਹ ਨਫ਼ਰਤ ਕਰਦੀ ਹੋਵੇ ਤੇ ਦੂੰਦੜਕਾ ਸਾਰਾ ਦਿਨ ਸੋਟਾ ਖੜਕੀ ਜਾਂਦਾ, ਫਿਰ ਭਾਵੇਂ ਪੱਤਰੀ ਬਣਾ ਲਓ, ਟੇਵਾ ਬਣਾ ਲਓ, ਸਾਰਾ ਪਾਠ ਕਰਾ ਲਓ, ਗ੍ਰੰਥ ਸਾਹਿਬ ਪੜ੍ਹਾ ਦਿਓ। ਜੋ ਨਲਾਇਕ ਦਾ ਨਲਾਇਕ ਆ। ਖਿਆਲਾਤ ਬਦਲਣ ਦੀ ਲੋੜ ਹੈ, ਮਾਨਸਿਕਤਾ ਬਦਲਣ ਦੀ ਲੋੜ ਹੈ। ਔਰ ਮੈਂ ਇੱਕ ਕਹਿੰਦੇ ਮਾਈਕਲ ਜੈਕਸਨ ਹੈ ਤੇ ਮਾਨਸਿਕ ਰੋਗੀ ਸੀ, ਤੇ ਡਾਕਟਰ ਉਹਦੀ ਪਲਾਸਟਿਕ ਸਰਜਰੀ ਕਰੀ ਗਏ। ਉਹਨੂੰ ਭਰਮ ਸੀ ਮੈਂ ਸੋਹਣਾ ਬਣਨਾ। ਛੋਟਾ ਹੁੰਦਾ ਬਹੁਤ ਸੋਹਣਾ ਸੀ, ਜਿਹੜੇ ਕਬੀਲੇ 'ਚੋਂ ਪੈਦਾ ਹੋਇਆ। 40 ਕੁ ਸਾਲਾਂ ਤੱਕ ਸਾਰਿਆਂ ਨੇ ਉਹਦਾ ਫੇਸ ਬਦਲਣ ਦੀ ਕੋਸ਼ਿਸ਼ ਕੀਤੀ ਹੈ, ਉਹਦਾ ਮਨ ਨਹੀਂ ਬਦਲ ਸਕਿਆ ਕੋਈ। ਫੇਸ ਬਦਲ ਕੇ ਜਦੋਂ ਮਰਿਆ ਤੇ ਚੰਗਾ ਭਲਾ ਬੰਦਾ ਬਾਂਦਰ ਵਰਗਾ ਬਣਾਤਾ, ਮਤਲਬ ਫੇਸ ਮੋਂਕੀ ਵਰਗਾ ਬਣਾਤਾ ਛਿਲ ਕੇ। ਮਨ ਉਹਦਾ ਕਿਸੇ ਨੇ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਹੈ ਉਹ ਮਾਨਸਿਕ ਰੋਗੀ ਸੀ। ਉਹਦੇ ਫੇਸ ਦੇ ਉੱਤੇ ਚਿੰਬੜੇ ਦੇ ਵੀ ਡਾਲਰ ਵਾਹਵਾ ਆਉਂਦੇ ਨੇ, ਇਹਦਾ ਫੇਸ ਚਮਕਾ ਦਿਓ। ਬੰਦੇ ਵਿੱਚ ਬਦਲਣ ਵਾਲਾ ਕੀ ਹੁੰਦਾ? ਉਹਦਾ ਮਾਈਂਡ ਹੁੰਦਾ, ਉਹਦਾ ਮਨ ਹੁੰਦਾ। ਜਦ ਉਹਦੇ ਖਿਆਲਾਤ ਬਦਲਣ ਜਾਣ, ਖਿਆਲਾਤ ਬਦਲਣ ਵਾਲਾ ਜਿਹਦੇ ਬਦਲੇ ਗਏ, ਉਹ ਮਨੁੱਖ ਕਿਤੇ ਵੀ ਮਾਰ ਨਹੀਂ ਖਾਂਦਾ। ਆਪਾਂ ਸਮਾਜ ਦੀ ਵਿਚਾਰਧਾਰਾ ਕਿੰਨਿਆਂ ਦੀ ਬਦਲ ਸਕਦੇ, ਇਹ ਅਲੱਗਾ ਵਿਸ਼ਾ। 2 4 10 20 ਜਿਹੜੇ ਆਪਣੇ ਸੰਪਰਕ 'ਚ ਆਉਂਦੇ ਨੇ। ਇਸ ਕਰਕੇ ਲੋੜ ਹੈਗੀ ਆ ਮਾਨਸਿਕਤਾ ਬਦਲਣ ਦੀ, ਪਹਿਲਾਂ ਆਪਣੀ ਔਰ ਫਿਰ ਉਹਨਾਂ ਬੱਚਿਆਂ ਦੀ। ਸਪੀਡ ਬ੍ਰੇਕਰ ਬੜੇ ਨੇ, ਗਿਆਨ ਦੇ ਹਥੌੜੇ ਨਾਲ ਸਪੀਡ ਬ੍ਰੇਕਰ ਢਾਏ ਜਾ ਸਕਦੇ ਨੇ। ਸਾਡੇ ਵੀ ਢੱਠੇ ਨੇ। ਸਾਡੇ ਪਿੰਡਾਂ 'ਚ ਵੀ ਲੋਕ ਕਬਰਾਂ ਮੜੀਆਂ ਮੰਨਦੇ ਸਨ, ਪਰ ਹੁਣ ਅਸੀਂ ਬਣਾਉਣ ਵਾਲਿਆਂ 'ਚ ਨਹੀਂ, ਢਾਉਣ ਵਾਲਿਆਂ 'ਚ। ਪਰ ਅਸੀਂ ਚਾਹੁੰਦੇ ਲੋਕਾਂ ਦੇ ਖਿਆਲਾਤਾਂ 'ਚੋਂ ਢਾਈਆਂ ਜਾਣ। 10 ਇੱਟਾਂ ਨੂੰ ਢਾਹ ਦੇਣ ਨਾਲ ਮੜੀ ਨਹੀਂ ਢਹਿੰਦੀ, ਕਬਰ ਨਹੀਂ ਢਹਿੰਦੀ। ਉਹ ਉਦੋਂ ਢਹਿੰਦੀ ਆ ਜਦੋਂ ਇੱਥੋਂ ਢਹਿ ਜੇ। ਤੇ ਜੇ ਇੱਥੇ ਕਬਰ ਬਣੀ ਹੋਈ ਫਿਰ ਤੁਸੀਂ ਬਾਹਰਲੀਆਂ ਢਾਹ ਲਓ, ਬਹੁਤਾ ਫਰਕ ਨਹੀਂ ਪੈਣਾ। ਅਗਲਾ ਚੁੱਲ੍ਹੇ 'ਤੇ ਕਬਰ ਬਣਾ ਕੇ ਬਹਿ ਜਾਊਗਾ, ਮੱਟੀ ਬਣਾ ਕੇ ਬਹਿ ਜਾਊਗਾ। ਇਹ ਸਪੀਡ ਬ੍ਰੇਕਰ ਜਿਹੜੇ ਆ ਹਰ ਸਮਾਜ ਦੇ ਵਿੱਚ ਨੇ, ਚਾਹੇ ਉਹ ਨਸ਼ਿਆਂ ਕਰਕੇ ਨੇ, ਅੰਧ ਵਿਸ਼ਵਾਸ ਕਰਕੇ ਨੇ, ਕਰਮ ਕਾਂਡਾਂ ਕਰਕੇ ਨੇ। ਇਹ ਸਪੀਡ ਬ੍ਰੇਕਰ ਗਿਆਨ ਨਾਲ ਢਾਏ ਜਾ ਸਕਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਕਹਿ ਕੇ ਸਮਾਪਤੀ ਕਰਨਾ। ਕਹਿੰਦੇ ਧੀਰਜ ਧਾਮ ਬਣਾਏ ਇਹ ਤਨ, ਬੁੱਧ ਸੋ ਦੀਪਕ ਜਿਉਂ ਜਿਆਰੇ। ਕਹਿੰਦੇ ਕਦੀ ਧੀਰਜ ਦਾ ਘਰ ਬਣਾਇਆ ਜਾਵੇ ਇਸ ਸਰੀਰ ਨੂੰ, ਤੇ ਬੁੱਧ ਰੂਪੀ ਦੀਵਾ ਇਹਦੇ ਵਿੱਚ ਅਕਲ ਰੂਪੀ ਦੀਵਾ ਜਗਾਇਆ ਜਾਵੇ। ਗਿਆਨਹਿ ਕੀ ਵੱਢਣੀ ਮਨੋ ਹੱਥ ਲੈ। ਮਨ ਰੂਪੀ ਹੱਥ ਦੇ ਵਿੱਚ ਗਿਆਨ ਰੂਪੀ ਵੱਢਣ ਨੂੰ ਕਹਿੰਦੇ ਝਾੜੂ ਨੂੰ ਜਾਂ ਬੋਕਰ ਨੂੰ। ਝਾੜੂ ਪਕੜ ਕੇ ਕਾ ਤਰਤਾ ਕੁਤਵਾਰ ਬੁਹਾਰੇ, ਤੇ ਕੈਰਤਾ ਦਾ ਨਕੰਮਾ ਕੂੜਾ ਕਹਿੰਦੇ ਹੂੰਝ ਕੇ ਸਿੱਟ ਦੇ। ਜਦੋਂ ਬੁੱਧ ਦਾ ਦੀਵਾ ਜਲਦਾ, ਗਿਆਨ ਦਾ ਦੀਵਾ ਜਲਦਾ, ਤੇ ਜਿਹੜਾ ਨਕੰਮਾ ਕੂੜਾ ਹੁੰਦਾ ਨਾ, ਉਹ ਸਹਿਜ ਭਾਵੀ ਹੂੰਝਿਆ ਹੀ ਜਾਂਦਾ ਹੁੰਦਾ। ਹੁਣ ਆਪਾਂ ਕੂੜਾ ਵੀ ਨਾਲ ਹੁੰਝਣਾ, ਕਿਉਂਕਿ ਕੂੜਾ ਬੱਚਿਆਂ ਦੇ ਦਿਮਾਗਾਂ ਵਿੱਚ ਵੀ ਹੈ, ਵੱਡਿਆਂ ਦੇ ਦਿਮਾਗਾਂ ਵਿੱਚ ਵੀ ਹੈ, ਸਮਾਜ ਦੇ ਵਿੱਚ ਵੀ ਹੈ। ਉਹ ਕੂੜਾ ਆਪਾਂ ਕਿੰਨਾ ਕੁ ਹੂੰਝ ਸਕਦੇ ਹਾਂ, ਇਹ ਆਪੋ ਆਪਣੇ ਝਾੜੂ ਦਾ ਪਤਾ ਹੈ। ਜਿੰਨਾ ਕਿ ਕਿਸੇ ਦਾ ਗਿਆਨ ਰੂਪੀ ਝਾੜੂ ਭਾਰਾ ਹੈ। ਜੇ ਤਾਂ 4 ਕਤੀਲਿਆਂ ਵਾਲਾ ਝਾੜੂ ਹੋਵੇ ਤੇ ਉਹ ਆਪ ਹੀ ਬਹੁਤਾ ਗੰਦ ਪਾ ਲੈਂਦਾ ਹੁੰਦਾ, ਉਹ ਤੋਂ ਝਾੜੂ ਨਹੀਂ ਬਣਿਆ ਜਾਂਦਾ ਹੁੰਦਾ। ਮਤਲਬ ਕਹਿੰਦੇ ਵੀ ਝਾੜੂ ਆਪਣੇ ਆਪ ਵਿੱਚ ਹੂੰਝਣ ਵਾਲਾ ਹੁੰਦਾ, ਤੇ ਜੇ ਖਿੱਲਰ ਜੇ ਤੇ ਝਾੜੂ ਆਪਣੇ ਆਪ ਵਿੱਚ ਹੀ ਗੰਦ ਹੁੰਦਾ, ਕਿਉਂਕਿ ਉਹਦੇ 'ਚ ਤੀਲੇ ਇੰਨੇ ਹੁੰਦੇ ਖਿੱਲਰ ਕੇ ਉਹ ਆਪ ਹੀ ਗੰਦਗੀ ਦਾ ਕਾਰਨ ਬਣ ਜਾਂਦੇ ਆ। ਇਸ ਕਰਕੇ ਉਹ ਜਿਹੜੀ ਏਕਤਾ ਹੈਗੀ, ਇਕਜੁੱਟਤਾ ਹੈਗੀ, ਜਿਹੜਾ ਵਿਸ਼ਵਾਸ ਹੈ, ਦ੍ਰਿੜਤਾ ਹੈ, ਹੱਠ ਹੈ, ਗਿਆਨ ਹੈ, ਧਿਆਨ ਹੈ, ਜਦੋਂ ਉਹ ਸਾਰਾ ਇਕੱਠਾ ਹੋ ਕੇ ਝਾੜੂ ਬਣਦਾ ਨਾ, ਤੇ ਆਪਣੇ ਆਪ ਹੀ ਜਿਹੜਾ ਨਕੰਮਾ ਕੂੜਾ ਉਹਦੇ ਅੱਗੇ ਅੱਗੇ ਹੁੰਝਿਆ ਜਾਂਦਾ। ਗੁਰੂ ਪਾਤਸ਼ਾਹ ਰਹਿਮਤ ਕਰੇ। ਮੈਂ ਸਮੂਹ ਵਿਦਵਾਨਾਂ ਦਾ, ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।